ਪੁਕਾਰ ਟੀਵੀ ਦੇ ਦਰਸ਼ਕੋ, ਮੈਂ ਰਿਸ਼ਪਾਲ ਸਿੰਘ ਤੇ ਸਾਡੇ ਨਾਲ ਪੁਕਾਰ ਟੀਵੀ ਨਾਲ ਜੁੜ ਰਹੇ ਨੇ ਉੱਘੇ ਪੱਤਰਕਾਰ ਸਰਦਾਰ ਹਮੀਸ਼ ਸਿੰਘ ਜੀ। ਸਰ ਹਮੀਸ਼ ਸਿੰਘ ਜੀ, ਪੁਕਾਰ ਟੀਵੀ ਵੱਲੋਂ ਤੁਹਾਡਾ ਸਵਾਗਤ ਜੀ। ਜੀ ਸ਼ੁਕਰੀਆ ਜੀ। ਸਰਦਾਰ ਸਾਹਿਬ, ਬੇਨਤੀ ਇਸ ਤਰ੍ਹਾਂ, ਅੱਜ 20 ਜੁਲਾਈ ਹੈ ਤੇ 20 ਜੁਲਾਈ 2020 ਦੀ ਯਾਦ ਆ ਰਹੀ ਹੈ ਵੀ ਅੱਜ ਦੇ ਦਿਨ ਪੰਜਾਬ ਦੇ ਕਿਸਾਨ ਆਪਣੇ ਆਪਣੇ ਟਰੈਕਟਰ ਲੈ ਕੇ ਤੇ ਪੰਜਾਬ ਦੀਆਂ ਸੜਕਾਂ ਤੇ ਬਾਹਰ ਆ ਗਏ ਸੀ। ਸੜਕਾਂ ਤੇ ਲਿਆ ਕੇ ਉਹਨਾਂ ਨੇ ਆਪਣੇ ਟਰੈਕਟਰ ਖੜੇ ਕਰ ਦਿੱਤੇ ਸੀ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਕਿਸਾਨ ਯੂਨੀਅਨਾਂ ਨੇ ਸੱਦਾ ਦਿੱਤਾ ਤੇ ਕਿਸਾਨਾਂ ਨੇ ਉਹਨੂੰ ਪ੍ਰਵਾਨ ਕੀਤਾ ਤੇ ਉਥੋਂ ਇੱਕ ਸੰਘਰਸ਼ ਦੀ ਬੜੀ ਵੱਡੀ ਸ਼ੁਰੂਆਤ ਹੁੰਦੀ ਹੈ। ਬੇਨਤੀ ਇਹ ਹੈ ਵੀ 19 ਤੇ 20 ਜੁਲਾਈ 2021 ਦੇ ਵਿੱਚ ਉਸ ਇਤਿਹਾਸ ਦੀ ਗੱਲ ਹੁੰਦੀ। ਉਸ ਇਤਿਹਾਸ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਸਾਡੀਆਂ ਅਖਬਾਰਾਂ ਵਿੱਚ, ਸਾਡੇ ਮੀਡੀਆ 'ਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਹੋ ਰਹੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ, ਉਹਨਾਂ ਨੂੰ ਮੁਬਾਰਕਾਂ। ਤੇ ਪਾਰਟੀਆਂ ਵਿੱਚ ਪਾਲੇ ਬਦਲਣ ਦਾ ਮੌਸਮ ਹੈ ਤੇ ਜਿਹੜਾ ਆਪਣਾ ਪਾਲਾ ਬਦਲੇ ਉਹਨੂੰ ਸਭ ਨੂੰ ਮੁਬਾਰਕ ਹੈ। ਉਹ ਆਪਣੇ ਨਿੱਜਵਾਦ ਦੀ ਸਫਲਤਾ ਲਈ ਜਿੱਥੇ ਜਿੱਥੇ ਪਹੁੰਚਣਾ ਚਾਹੁੰਦਾ ਪਹੁੰਚਦਾ ਤੇ ਉਹਨੂੰ ਮੁਬਾਰਕਾਂ ਹੋਣ। ਪਰ ਇੰਜ ਲੱਗਦਾ ਵੀ ਜਿਵੇਂ ਪੰਜਾਬ ਦੇ ਸਾਹਮਣੇ ਹੋਰ ਕੋਈ ਮੁੱਦਾ ਹੀ ਨਾ ਹੋਵੇ, ਬਸ ਮੀਡੀਆ ਵਿੱਚ ਕੇਵਲ ਤੇ ਕੇਵਲ ਨਵਜੋਤ ਸਿੰਘ ਸਿੱਧੂ ਦੀਆਂ ਫੋਟੋਆਂ ਤੇ ਸਿੱਧੂ ਹੀ ਸਾਰੇ ਪਾਸੇ ਛਾਈ ਹੋਈ ਹੈ। ਕੋਈ ਕਿਸੇ ਨੂੰ ਬੁੱਧੂ ਕਹਿ ਰਿਹਾ ਤੇ ਕੋਈ ਕਿਸੇ ਨੂੰ ਸਿਆਣਾ ਕਹਿ ਰਿਹਾ। ਤੇ ਅੱਜ ਦੇ ਦਿਨ ਕੀ ਪੰਜਾਬ ਦੇ ਸਾਰੇ ਮਸਲੇ ਜਿਹੜੇ ਉਹ ਖਤਮ ਹੋ ਚੁੱਕੇ ਨੇ? ਹੋਰ ਕੋਈ ਮਸਲਾ ਪੰਜਾਬ ਦੇ ਸਾਹਮਣੇ ਰਿਹਾ ਹੀ ਨਹੀਂ ਜੀ। ਅਸਲ ਦੇ ਵਿੱਚ ਜਿਹੜਾ ਸਾਡਾ ਓਵਰਆਲ ਮਾਹੌਲ ਹੈ, ਸੋਚਣ ਦਾ ਨਜ਼ਰੀਆ, ਏਜੰਡੇ ਦੇ ਤੌਰ ਤੇ ਜਾਂ ਜਿਹੜੇ ਸਾਡੇ ਸਰੋਕਾਰ ਨੇ ਲੋਕਾਂ ਦੇ, ਇਹ ਸਾਡੀ ਸਿਆਸਤ ਦੇ ਸਰੋਕਾਰ ਨਹੀਂ ਰਹੇ। ਇਸੇ ਕਰਕੇ ਸਮੱਸਿਆਵਾਂ ਇਸ ਲੈਵਲ ਤੱਕ ਵਧੀਆਂ ਨੇ। ਪਿਛਲੇ ਅੱਜ ਦਾ ਦੌਰ ਨਹੀਂ, ਕਾਫੀ ਲੰਮੇ ਸਮੇਂ ਤੋਂ ਜਿਹੜੀ ਵੀ ਪਾਰਟੀ ਸੱਤਾ 'ਚ ਆਈ ਜਾਂ ਵਿਰੋਧੀ ਧਿਰ 'ਚ ਰਹੀ, ਉਹਨਾਂ ਨੇ ਪੰਜਾਬ ਦੇ ਸਰੋਕਾਰਾਂ ਨਾਲੋਂ ਨਾਤਾ ਤੋੜ ਲਿਆ ਤੇ ਆਮ ਮਨੁੱਖ ਨਾਲੋਂ ਨਾਤਾ ਤੋੜ ਲਿਆ। ਇਸੇ ਕਰਕੇ ਪੰਜਾਬ ਅੱਜ ਬਰਬਾਦੀ ਦੇ ਕਗਾਰ ਤੇ ਖੜਾ ਹੈ। ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਕਿ 5 ਦਰਿਆਵਾਂ ਦੀ ਧਰਤੀ ਹੈ, ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ ਹੈ, ਪੰਜਾਬ ਦੀ ਆਬੋ ਹਵਾ ਜਿਹੜੀ ਹੈ ਉਹ ਬਿਮਾਰੀਆਂ ਬਣ ਰਹੀ ਹੈ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਦੌਰ ਇਸ ਲੈਵਲ ਦਾ, ਕਾਨੂੰਨ ਦੇ ਰਾਜ ਦੀਆਂ ਧੱਜੀਆਂ ਇਸ ਲੈਵਲ ਤੇ ਉੱਡਦੀਆਂ ਨੇ ਕਿ ਪੰਜਾਬ ਦਾ ਨੌਜਵਾਨ ਦਾ ਇੱਥੇ ਜੀ ਲੱਗਣੋਂ ਹਟ ਗਿਆ। ਉਹ ਸਾਰੇ ਵਿਦੇਸ਼ ਦੌੜ ਜਾਣਾ ਚਾਹੁੰਦੇ ਨੇ ਆਪਣੇ ਭਵਿੱਖ ਦੀ ਰੋਜੀ ਰੋਟੀ ਲਈ ਜਾਂ ਭਵਿੱਖ ਦੇ ਕਿਸੇ ਵੀ ਸੁਰੱਖਿਅਤ ਮਾਹੌਲ ਦੇ ਵਾਸਤੇ। ਔਰ ਇਸੇ ਤਰੀਕੇ ਦੇ ਨਾਲ ਤੇ ਉਦੋਂ ਬਾਅਦ ਲਗਾਤਾਰ ਜਿਹੜਾ ਦੌਰ ਹੋਰ ਚੱਲਿਆ ਪੰਜਾਬ ਦੇ ਵਿੱਚ, ਕਿਸਾਨੀ ਤੇ ਮਜ਼ਦੂਰ ਜਿਹੜਾ ਮੇਜਰ ਕਿੱਤਾ ਸੀ ਉਹ ਖੁਦਕੁਸ਼ੀਆਂ ਕਰ ਰਹੇ ਨੇ ਲਗਾਤਾਰ। ਔਰ ਹਰ ਸਰਕਾਰ ਆਈ ਕਿ ਅਸੀਂ ਰੋਕਾਂਗੇ। ਇਸੇ ਚੋਂ ਇੱਕ ਕੁਝ 2017 ਦੇ ਵਿੱਚ ਇੱਕ ਨਕਸ਼ਾ ਬਣਿਆ ਸੀ, ਕੁਝ ਮੰਗਾਂ ਸਿਆਸਤਦਾਨ ਨੂੰ ਵੀ ਪਤਾ ਹੈ। ਨਸ਼ੇ ਦਾ ਸਵਾਲ ਵੀ ਵੱਡਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਵੀ ਵੱਡਾ ਸੀ। ਉਹਦੇ ਚੋਂ ਫਿਰ ਕੁਝ ਚੀਜ਼ਾਂ ਨਿਕਲੀਆਂ ਕਿ ਜਦੋਂ ਕਾਂਗਰਸ ਪਾਰਟੀ ਸੱਤਾ 'ਚ ਆਉਣ ਲੱਗੀ ਸੀ, ਹੋਰਾਂ ਨੇ ਵੀ ਇਹੀ ਵਾਅਦੇ ਕੀਤੇ ਸੀ, ਮਤਲਬ ਚਾਹੇ ਉਹ ਸੱਤਾ 'ਚ ਨਹੀਂ ਹੈ ਪਰ ਕਿਉਂਕਿ ਜਿਹੜੀ ਸੱਤਾ 'ਚ ਆਉਂਦੀ ਹੈ ਉਹ ਤੋਂ ਉਮੀਦ ਕੀਤੀ ਜਾਂਦੀ। ਗੁਟਕਾ ਸਾਹਿਬ ਹੱਥ 'ਚ ਫੜ ਕੇ ਬਠਿੰਡੇ ਦੇ ਨੇੜੇ, ਤਲਵੰਡੀ ਸਾਬੋ ਦੇ ਨੇੜੇ ਰੈਲੀ 'ਚ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਹੈ ਉਹਦਾ ਲੱਕ ਤੋੜ ਦਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਬੰਦੇ ਤੁਰੰਤ ਫੜ ਕੇ ਅੰਦਰ ਹੋਣਗੇ, ਸਜ਼ਾ ਦਿੱਤੀ ਜਾਏਗੀ। ਕਿਸਾਨੀ ਕਰਜ਼ਾ, ਪ੍ਰਾਈਵੇਟ ਕਰਜ਼ਾ, ਸਰਕਾਰੀ ਬੈਂਕਾਂ ਦਾ ਕਰਜ਼ਾ, ਸਹਿਕਾਰੀ ਬੈਂਕਾਂ ਦਾ ਕਰਜ਼ਾ ਸਮੁੱਚੇ ਤੇ ਲੀਕ ਮਾਰੀ ਜਾਏਗੀ, ਮਾਫ ਕੀਤਾ ਜਾਏਗਾ। ਔਰ ਘਰ ਘਰ ਰੁਜ਼ਗਾਰ ਜਿਹੜਾ ਹੈ ਉਹ ਦਿੱਤਾ ਜਾਊਗਾ। ਇਹ ਸਾਰੀਆਂ ਗੱਲਾਂ ਉਹਨਾਂ ਦਿਨਾਂ ਦੇ ਵਿੱਚ ਹੋਈਆਂ ਨੇ। ਮਾਫੀਆ ਰਾਜ ਦਾ ਅੰਤ ਕੀਤਾ ਜਾਊਗਾ, ਚਾਹੇ ਉਹ ਰੇਤ ਮਾਫੀ ਹੈ, ਚਾਹੇ ਉਹ ਸ਼ਰਾਬ ਮਾਫੀ ਹੈ, ਚਾਹੇ ਉਹ ਜਿਹੜੇ ਮਰਜ਼ੀ ਕਿਸਮ ਦਾ ਮਾਫੀਆ ਸਾਡੇ ਨੇੜੇ ਚਾਰ ਇਹ ਸਾਰੇ ਜਿਹੜੇ ਵਾਅਦੇ ਸੀ, ਹੁਣ 4-4.5 ਸਾਲਾਂ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਵਾਅਦਿਆਂ ਦਾ ਕੀ ਬਣਿਆ। ਤੇ ਉਸੇ ਪਾਰਟੀ ਦੇ ਵਿੱਚੋਂ ਇੱਕ ਬਗਾਵਤ ਹੁੰਦੀ ਹੈ, ਜਨਮ ਲੈਂਦੀ ਹੈ ਕਿ ਜੀ ਦੇਖੋ ਤੁਸੀਂ ਤਾਂ ਕੁਛ ਨਹੀਂ ਕਰ ਰਹੇ, ਲੋਕਾਂ ਕੋਲ ਹੁਣ ਜਾਵਾਂਗੇ ਕਿਵੇਂ। ਤਾਂ ਲੋਕਾਂ ਕੋਲ ਜਾਵਾਂਗੇ ਕਿਵੇਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਇੱਕ ਜਨਮ ਹੁੰਦਾ ਉਸ ਪਾਸੇ। ਉਹ ਇਹ ਕਹਿੰਦੇ ਨੇ ਵੀ ਜਿਹੜਾ ਹੁਣ ਇਸ ਤੋਂ ਪਹਿਲਾਂ ਜਿਹੜੀ ਚੋਣ ਲੜੀ ਸੀ, ਕਾਂਗਰਸ ਨਾਲੋਂ ਵੀ ਵੱਡਾ ਚਿਹਰਾ ਚੀਫ ਮਿਨਿਸਟਰ ਅਮਰਿੰਦਰ ਸਿੰਘ ਦਾ ਸੀ। ਲੋਕਾਂ ਨੇ ਕਾਂਗਰਸ ਦੇ ਨਾਲ ਜੇ ਕਹਿੰਦੇ ਸੀ ਅਮਰਿੰਦਰ ਕੱਢ ਦਿਓ ਤਾਂ ਕਾਂਗਰਸ ਦਾ ਕੋਈ ਬਹੁਤ ਵੱਡਾ ਵਜੂਦ ਨਹੀਂ ਹੈ, ਇਸ ਲਈ ਅਮਰਿੰਦਰ ਨੂੰ ਵੋਟਾਂ ਪਾ ਦਿਓ ਜੀ। ਤੇ ਹੁਣ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਮਰਿੰਦਰ ਦਾ ਕਿਉਂਕਿ ਕਾਰਗੁਜ਼ਾਰੀ ਤੋਂ ਲੋਕ ਪਰੇਸ਼ਾਨ ਨੇ, ਇਸ ਲਈ ਨਵਜੋਤ ਸਿੱਧੂ ਨਾਂ ਦਾ ਇੱਕ ਹੋਰ ਆਦਮੀ ਲਿਆਓ
ਉਹਦਾ ਚਿਹਰਾ ਦਿਖਾਓ ਤੇ ਉਹ ਚਿਹਰਾ ਦਿਖਾ ਕੇ ਲੋਕਾਂ ਤੋਂ ਦੁਬਾਰਾ 5 ਸਾਲ ਲਈ ਵੋਟ ਲੈ ਲਓ। ਹੁਣ ਉਹ ਕਹਿੰਦਾ ਮੈਂ ਕਰਾਂਗਾ, ਮੈਂ ਇਹ ਲਾਗੂ ਕਰਾਂਗਾ। ਕੁਐਸਚਨ ਕੇਵਲ ਇਹ ਪੈਦਾ ਹੁੰਦਾ ਹੈ ਕਿ ਪਾਰਟੀਆਂ ਤੇ ਲੀਡਰ ਚੋਣ ਲੜਨ ਵਾਲੀ ਮਸ਼ੀਨਰੀ ਤੱਕ ਸੀਮਤ ਹੋ ਗਏ ਨੇ। ਉਹਨਾਂ ਦਾ ਲੋਕਾਂ ਨਾਲ ਵਿੱਚੋਂ ਪੈਦਾ ਹੋਣਾ, ਜਿਹੜਾ ਲੀਡਰ ਲੋਕਾਂ ਚੋਂ ਪੈਦਾ ਹੋਣਾ, ਉਹ ਬੰਦ ਹੋ ਗਏ ਨੇ। ਇਹੀ ਸਾਡੀ ਸਿਆਸਤ ਦਾ ਇੱਕ ਬੜਾ ਮਜ਼ਾਕ ਹੈ। ਇੱਕ ਸਮੇਂ ਲੋਕ ਸਿਆਸਤ ਚਾਹੁੰਦੇ ਸੀ ਤਿਆਗ ਤੇ ਕੁਰਬਾਨੀ ਕਰ। ਹੁਣ ਲੋਕ ਪਹਿਲਾਂ ਹੋਰਾਂ ਖੇਤਰਾਂ ਦੇ ਵਿੱਚ ਸ਼ੋਹਰਤ ਖੱਟਦੇ ਨੇ ਤੇ ਪੈਸਾ ਕਮਾਉਂਦੇ ਨੇ ਤੇ ਮੁੜ ਕੇ ਸਿਆਸਤ ਦੀ ਕੁਰਸੀ ਤੇ ਆ ਕੇ ਬਹਿ ਜਾਂਦੇ ਨੇ ਬੱਜੀ ਦੇ ਉੱਤੇ। ਤਾਂ ਉਹਨਾਂ ਦਾ ਉਹ ਲੋਕਾਂ ਨਾਲ ਸਰੋਕਾਰ ਉਸ ਲੈਵਲ ਤੇ ਨਹੀਂ ਹੋ ਸਕਦਾ। ਜਿਹੜਾ ਮੀਡੀਆ ਸਾਡਾ ਓਵਰਆਲ ਮੀਡੀਆ ਜਾਂ ਸਿਆਸਤਦਾਨ ਜਿੰਨੇ ਵੀ, ਉਹ ਵੀ ਉਸ ਗੱਲ ਤੇ ਫੋਕਸ ਹੈ ਜਿੱਥੋਂ TRP ਬਣਦੀ ਹੈ, ਜਿੱਥੋਂ ਬਾਕੀ ਹੈ। ਕਿਉਂਕਿ ਜਿਹੜੇ ਰੀਅਲ ਮੁੱਦੇ ਨੇ ਉਹ TRP ਨਹੀਂ ਲੈਂਦੇ ਹੈਗੇ, ਔਰ ਉਹ ਇਸੇ ਕਰਕੇ ਸਿੱਧੂ ਜਾਂ ਜੋ ਵੀ ਬਾਕੀ ਦੀਆਂ ਚੀਜ਼ਾਂ ਵਾਪਰਦੀਆਂ ਨੇ ਉਧਰ ਨੂੰ ਵੱਧ ਜਾਂਦੇ ਨੇ। ਤੇ ਇਹਦੇ ਨਾਲ ਦੀ ਨਾਲ ਕੱਲਾ ਜਿਹੜਾ ਕਲੇਸ਼ ਹੈ ਪਾਰਟੀਆਂ ਦਾ, ਉਹ ਜ਼ਿਆਦਾ ਸਾਡਾ ਫੋਕਸ ਹੋ ਜਾਂਦਾ। ਤੇ ਜਿਹੜਾ ਇੰਨੇ ਲੰਮੇ ਸਮੇਂ ਤੋਂ ਇੱਕ ਅੰਦੋਲਨ ਤੁਸੀਂ ਗੱਲ ਕੀਤੀ ਹੈ, 5 ਜੂਨ ਨੂੰ ਨੋਟੀਫਿਕੇਸ਼ਨ ਆਉਂਦਾ ਜਿਹੜਾ ਨੇ ਕਾਨੂੰਨਾਂ ਦੇ ਬਾਰੇ ਚ, ਉਦੋਂ ਬਾਅਦ ਦੀ ਇੱਕ ਮੋਬਿਲਾਈਜੇਸ਼ਨ ਸ਼ੁਰੂ ਹੁੰਦੀ ਹੈ ਹੌਲੀ ਹੌਲੀ। ਹੁਣ ਤਾਂ ਲਗਭਗ 8 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਹੋ ਗਏ ਆ। 26 ਤਰੀਕ ਨੂੰ 8 ਮਹੀਨੇ ਹੋ ਜਾਣੇ ਨੇ। ਔਰ ਜਿਹੜਾ ਇੱਕ ਫੋਰਸ ਦੇ ਦਿੱਤਾ ਦੀ ਡੈਮੋਕ੍ਰੇਸੀ ਦੇ ਵਿੱਚ ਲੜਾਈ ਦਾ ਸਭ ਤੋਂ ਬੜਾ ਸਵਾਲ ਹੈ ਕਿ ਕੀ ਲੋਕ ਆਪਣੇ ਸੈਂਟਰ ਸਟੇਜ 'ਚ ਰੱਖ ਪਾਉਣਗੇ ਚਰਚਾ ਦੇ ਵਿੱਚ, ਜਾਂ ਮੁੱਦੇ ਹਾਈਜੈਕ ਹੋ ਜਾਣਗੇ, ਮੁੱਦਿਆਂ ਤੇ ਪਰਦਾ ਪਾ ਦਿੱਤਾ ਜਾਊਗਾ ਤੇ ਕੇਵਲ ਚਿਹਰੇ ਸਾਹਮਣੇ ਲਿਆਂਦੇ ਜਾਣਗੇ, ਚਿਹਰਿਆਂ ਦੇ ਨਾਂ ਤੇ ਲੋਕਾਂ ਨੂੰ ਇੱਕ ਵਾਰ ਫਿਰ ਧੋਖਾ ਦਿੱਤਾ ਜਾਊਗਾ। ਇਹ ਸਭ ਤੋਂ ਬੜਾ ਪੁਆਇੰਟ ਹੈ ਸਾਡੇ ਸਾਹਮਣੇ ਇਸ ਸਮੇਂ। ਪੋਲਿਟਿਕਸ ਦੇ ਤੌਰ ਤੇ ਸਾਰੀਆਂ ਗੱਲਾਂ ਨੇ, ਸਾਡੀ ਟੋਟਲ ਪੋਲਿਟਿਕਸ ਜਿਹੜੀ ਹੁਣ ਚੱਲ ਰਹੀ ਹੈ, ਉਹ ਦੇਸ਼ ਦੇ ਵਿੱਚ ਵੀ ਔਰ ਸੂਬੇ ਦੇ ਵਿੱਚ ਵੀ, ਉਹ ਮੁੜ ਕੇ ਇਹਨਾਂ ਬੁਨਿਆਦੀ ਸਰੋਕਾਰਾਂ ਨਾਲ ਹਟ ਕੇ ਉਹ ਜਾਤ ਤੇ ਧਰਮ ਤੇ ਦੀ ਮੰਤਰੀ-ਮੰਡਲ ਦਾ ਜਿਹੜਾ ਵਿਸਤਾਰ ਹੋਇਆ, ਉਹ ਵਿਸਤਾਰ ਦੇ ਵਿੱਚ ਵੀ ਕੀ ਕੀਤਾ ਗਿਆ ਕਿ ਆਹ ਜਾਤ ਤੋਂ ਆਹ ਲੈ ਲਓ, ਆਹ ਜਾਤ ਤੋਂ ਆਹ ਲੈ ਲਓ, ਆਹ ਜਾਤ ਤੋਂ ਆਹ ਲੈ ਲਓ। ਜਾਤੀ ਪ੍ਰਥਾ, ਕਿਉਂਕਿ ਯੂਪੀ ਦੇ ਵਿੱਚੋਂ ਚੋਣਾਂ ਲੜਨੀਆਂ ਨੇ ਬਾਕੀ ਜਗ੍ਹਾ, ਇਹਦੇ ਇਰਦ ਗਿਰਦ ਬੁਣਿਆ ਜਾ ਰਿਹਾ ਤਾਣਾ ਬਾਣਾ। ਕੋਈ ਕਾਰਗੁਜ਼ਾਰੀ ਤੇ ਕੋਈ ਬਹੁਤ ਜ਼ਿਆਦਾ ਕਿਸੇ ਨੇ ਮਾੜਾ ਕੀਤਾ ਉਹਨੂੰ ਸਜ਼ਾ ਦੇਣ ਤੇ ਇਹਦੀ ਬਜਾਏ ਕਿ ਸੋਸ਼ਲ ਇੰਜੀਨੀਅਰਿੰਗ ਜਿਹਨੂੰ ਕਹਿੰਦਾ ਜਾਤ ਦੇ ਆਧਾਰ ਤੇ ਉਧਰ ਧਿਆਨ ਹੈ। ਕੱਲ ਵੀ ਪ੍ਰਧਾਨ ਮੰਤਰੀ ਨੇ ਇਹੀ ਬੋਲਿਆ ਕਿ ਜੀ ਇਹ ਦਲਤਾਂ ਦੇ ਵਿੱਚੋਂ ਲਏ ਮੰਤਰੀਆਂ ਦੀ ਪਛਾਣ ਨਹੀਂ ਹੋਣ ਦਿੰਦੇ, ਇਹ ਪਛੜੀਆਂ ਸ਼੍ਰੇਣੀਆਂ ਚੋਂ ਪਛਾਣ ਨਹੀਂ ਹੋਣ ਦਿੰਦੇ, ਫਲਾਨਾ। ਇਹਦਾ ਮਤਲਬ ਤੁਸੀਂ ਸਿਸਟਮ ਜਾਤੀ ਦੇ ਆਧਾਰ ਤੇ ਚਲਾਉਣਾ ਚਾਹੁੰਦੇ ਹੋ, ਧਰਮ ਦੇ ਆਧਾਰ ਤੇ। ਲੋਕਾਂ ਦੇ ਜਿਹੜੇ ਸਰੋਕਾਰ ਵੱਡੇ ਨੇ, ਉੱਥੇ ਚਾਹੇ ਸਨੂਪਿੰਗ ਦੀ ਗੱਲ ਹੋਵੇ ਕਿ ਜਿਹੜੀਆਂ ਲੋਕਾਂ ਦੇ ਮੋਬਾਈਲ ਚੈੱਕ ਕਰਕੇ ਤੁਸੀਂ ਸੂਚਨਾਵਾਂ ਬਾਹਰ ਭੇਜ ਰਹੇ ਹੋ, ਚਾਹੇ ਕਿਸਾਨਾਂ ਦਾ ਐਡਾ ਵੱਡਾ ਮੁੱਦਾ ਹੈ, ਕਈ ਪਾਰਟੀਆਂ ਨੇ ਕੰਮ ਰੋਕੂ ਪ੍ਰਸਤਾਵ ਵੀ ਦਿੱਤੇ ਹੋਏ ਨੇ, ਉਹਦੇ ਤੇ ਤੁਸੀਂ ਚਰਚਾ ਕਰਨੀ। ਪੈਟਰੋਲ ਤੇ ਡੀਜ਼ਲ ਅਸਮਾਨ ਛੂ ਰਿਹਾ, ਉਹਦੇ ਤੇ ਤੁਸੀਂ ਚਰਚਾ ਕਰਨ ਲਈ ਤਿਆਰ ਨਹੀਂ। ਜਿੰਨੇ ਕਰੋਨਾ ਦੇ ਵਿੱਚ ਲੋਕ ਮਰੇ ਨੇ ਤੁਹਾਡੀਆਂ ਨਲਾਇਕੀਆਂ ਕਰਕੇ, ਕਿਤੇ ਆਕਸੀਜਨ ਨਹੀਂ ਮਿਲੀ, ਕਿਤੇ ਬੈੱਡ ਨਹੀਂ ਮਿਲਿਆ, ਉਹਦੇ ਤੇ ਚਰਚਾ ਕਰਨ ਲਈ ਤਿਆਰ ਨਹੀਂ। ਮੇਨਲੀ ਤੁਸੀਂ ਦੂਜੀ ਗੱਲ ਕਰ, ਇਹੀ ਹਾਲ ਸਾਡੇ ਪੰਜਾਬ ਦੇ ਵਿੱਚ ਹੈ। ਪੰਜਾਬ ਦੀਆਂ ਪਾਰਟੀਆਂ ਹੁਣ ਕੀ ਕਹਿ ਰਹੀਆਂ ਨੇ? ਕਾਂਗਰਸ ਨੇ ਕੀ ਕੀਤਾ? ਕਾਂਗਰਸ ਨੇ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿਓ। ਇੱਕ ਹਿੰਦੂ ਲੈ ਲਓ, ਪਵਨ ਗੋਇਲ, ਕਿਧਰੋਂ ਹਿੰਦੂ ਦੇ ਨਾਂ ਤੇ, ਦੂਜਾ ਜੱਟ ਸਿੱਖ ਦੇ ਨਾਂ ਤੇ ਇੱਕ ਹੋਰ ਲੈ ਲਓ ਕੁਲਜੀਤ ਨਾਗਰਾ, ਤੀਜਾ ਪਛੜੀਆਂ ਸ਼੍ਰੇਣੀਆਂ ਦੇ ਨਾਂ ਤੇ ਇੱਕ ਗਿਲਜੀਆਂ ਲੈ ਲਓ ਤੇ ਨਾਲ ਮਾਝਾ ਕਵਰ ਕਰ ਲਓ, ਤੇ ਚੌਥਾ ਇੱਕ ਦਲਿਤ ਦੇ ਨਾਂ ਦੇ ਉੱਤੇ ਦੁਆਬਾ ਕਵਰ ਕਰ ਲਓ, ਤੇ ਡੈਣੀ ਨੂੰ ਲੈ ਲਓ, ਇੱਕ ਐਸੀ ਵੀ ਹੈ, ਤੇ ਨਾਲ ਮਾਝੇ ਦੇ ਵਿੱਚੋਂ ਇੱਕ ਐਸੀ ਲੈ ਲਓ। ਸਭ ਕੁਝ ਐਵੇਂ ਹੋ ਰਿਹਾ, ਮਤਲਬ ਜਿਵੇਂ ਮੈਨੇਜਮੈਂਟ ਕਰਨੀ ਲੋਕਾਂ ਦੇ ਆ ਜਿਹੜੀਆਂ ਸਮੱਸਿਆਵਾਂ ਮੈਨੇਜਮੈਂਟ ਪੈ ਗਈ। ਸੁਖਬੀਰ ਬਾਦਲ ਕੀ ਕਹਿ ਰਿਹਾ ਕਿ ਸਾਡਾ ਇੱਕ ਮੰਤਰੀ ਹੋਏਗਾ, ਇੱਕ ਡਿਪਟੀ ਮੁੱਖ ਮੰਤਰੀ ਹਿੰਦੂ ਹੋਏਗਾ, ਵੱਖ-ਵੱਖ ਜਾਤਾਂ ਦੇ। ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ ਕਿ ਸਾਡਾ ਜੱਟ ਸਿੱਖ ਹੋਏਗਾ ਜਿਹੜਾ ਚੀਫ ਮਿਨਿਸਟਰ, ਹਿੰਦੂ ਜਿਹੜੇ ਬਾਕੀ ਦੇ ਬੰਦੇ ਨੇ ਦਲਤਾਂ ਦੇ ਸਾਡਾ ਡਿਪਟੀ ਚੀਫ ਮਿਨਿਸਟਰ ਬਾਕੀ ਹੋਣਗੇ। ਇਸ ਲਈ ਕਿਸੇ ਦਾ ਵੀ ਕੋਈ ਨਾ ਬਖਰੇਵਾ ਨਜ਼ਰ ਨਹੀਂ ਆ ਰਿਹਾ। ਪਾਰਟੀਆਂ ਤੇ ਲੋਕਾਂ ਦੋਨਾਂ ਦੇ ਵਿੱਚ ਜਿਹੜਾ ਰਾਬਤਾ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ, ਥਾਟ ਪ੍ਰੋਸੈਸ ਦੇ ਵਿੱਚ ਤੇ ਉਹਨਾਂ ਦੇ ਇੰਟਰਸਟ ਦੇ ਵਿੱਚ ਤੇ ਉਹਨਾਂ ਦਾ ਸਮਝਦਾਰੀ ਦੇ ਵਿੱਚ, ਕਿ ਪਾਰਟੀਆਂ ਕੀ ਲੋਕਾਂ ਵਾਂਗ ਸੋਚਦੀਆਂ ਨੇ, ਕੀ ਲੋਕਾਂ ਦੇ ਨਾਲ ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਹੈ, ਜਦ ਕਿ ਪਾਰਟੀਆਂ ਕਿਤੇ ਹੋਰ ਵੀ ਚੱਲ ਰਹੀਆਂ ਨੇ। ਉਹਨਾਂ ਦਾ ਮਕਸਦ ਬਾਈ ਦੀ ਕੇਵਲ ਤੋੜ ਜਿੱਤਣਾ, ਜਦ ਕਿ ਲੋਕਾਂ ਦਾ ਮਕਸਦ ਆਪਣੀ ਜ਼ਿੰਦਗੀ, ਆਪਣੀ ਹੋਂਦ ਦੀ ਲੜਾਈ ਲੜਨਾ। ਇਸੇ ਕਰਕੇ ਹੋਂਦ ਦੀ ਲੜਾਈ ਦੇ ਵਿੱਚ ਅੱਜ ਵੀ ਖਟਕੜ ਕਲਾਂ ਵੀ ਸਿੱਧੂ ਨੂੰ ਕਿਸਾਨਾਂ ਨੇ ਤਾਂ ਕਾਲੇ ਝੰਡੇ ਦਿਖਾਏ ਨੇ। ਉਹ ਗੱਲ ਕਰਨਾ ਚਾਹੁੰਦੇ ਸੀ ਕਿ ਤੂੰ ਕੀ ਕਰੇਗਾ ਇਹਨਾਂ ਮੁੱਦਿਆਂ ਤੇ, ਕਿਉਂ ਨਹੀਂ ਕਰ ਰਿਹਾ, ਪਰ ਪ੍ਰਸ਼ਾਸਨ ਨੇ ਕਿਹਾ ਕਿਸਾਨਾਂ ਨੂੰ ਤੁਸੀਂ ਖੜ ਜਾਓ, ਦੂਰ ਰਹੋ ਤੇ ਤੁਹਾਡੇ ਨਾਲ ਗੱਲ ਕਰਾ ਦਿੱਤੀ ਜਾਏਗੀ। ਉਹ ਬਿਨਾਂ ਗੱਲ ਕੀਤੇ ਚਲਾ ਗਿਆ। ਜਿਹੜਾ ਬੰਦਾ ਪਹਿਲੇ ਦਿਨ
ਇੱਕ ਜਗ੍ਹਾ ਗਿਆ, ਉੱਥੇ ਜਾਂ 500 ਕਿਸਾਨ ਇਕੱਠਾ ਹੈ, ਉਹਦੇ ਨਾਲ ਕੀ ਫਰਕ ਪੈਂਦਾ? 10 ਮਿੰਟ ਕੱਢ ਕੇ ਗੱਲ ਨਹੀਂ ਕਰ ਸਕਦਾ, ਅੱਜ ਨਹੀਂ ਕਰਦਾ, ਜਦੋਂ ਕਿ ਉਹ ਮੇਨ ਸੱਤਾ ਦੇ ਵਿੱਚ ਅੱਜ ਨਹੀਂ ਹੈ, ਚੀਫ ਮਿਨਿਸਟਰ ਨਹੀਂ, ਤਾਂ ਬਾਕੀ ਕੱਲ ਨੂੰ ਕਿਵੇਂ ਕਰਨਗੇ? ਸਭ ਨੇ ਹੀ ਉਹ ਮਾਹੌਲ ਬਣਾਇਆ ਹੋਇਆ। ਇਸ ਕਰਕੇ ਇਹ ਜਿਹੜਾ ਇੱਕ ਬੜਾ ਵੱਡਾ ਕੁਐਸਚਨ ਸਾਡੇ ਸਾਹਮਣੇ ਪੈਦਾ ਹੋ ਰਿਹਾ ਜਮਹੂਰੀਅਤ ਦਾ, ਇਹ ਜਮਹੂਰੀਅਤ ਨਹੀਂ, ਇਹ ਪੈਸੇ ਤੇ ਸ਼ੋਹਰਤ ਦੇ ਨਾਂ ਤੇ ਲੋਕਾਂ ਦਾ ਫਤਵਾ ਖਰੀਦਣਾ ਜਾਂ ਹਾਈਜੈਕ ਕਰਨ ਦੇ ਨਾਂ ਦੇ ਤੌਰ ਤੇ ਲਿਆਂਦਾ ਜਾ ਰਿਹਾ। ਸਾਰੀਆਂ ਪਾਰਟੀਆਂ ਦਾ ਸਿਸਟਮ ਉਧਰ ਨੂੰ ਜਾ ਰਿਹਾ, ਨਾ ਕਿ ਲੋਕਾਂ ਦੇ ਰੀਅਲ ਮੁੱਦੇ ਤੇ। ਬਣਦਾ ਇਹ ਸੀ ਕਿ ਜਿਹੜੇ ਲੋਕ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਨੇ, ਇੱਥੇ ਵੀ ਮੁਜ਼ਾਹਰੇ ਜਾਂ ਰੈਲੀਆਂ ਇਸ ਗੱਲ ਤੇ ਹੋਣੀਆਂ ਚਾਹੀਦੀਆਂ ਸੀ, ਪਾਰਲੀਮੈਂਟ ਨੂੰ ਸੁਣਾਇਆ ਜਾਂਦਾ ਕਿ ਇੱਥੇ ਵੀ ਲੋਕ ਵਿਰੋਧ ਕਰ ਰਹੇ ਨੇ, ਤੇ ਇਹਦੀ ਬਜਾਏ ਤੁਸੀਂ ਜਾ ਰਹੇ ਹੋ ਲਾਮ ਲਸ਼ਕਰ ਲੈ ਕੇ ਉਹਨਾਂ ਦਿਨਾਂ ਦੇ ਵਿੱਚ ਹੀ ਆਪਣੀ ਜੈ ਜੈਕਾਰ ਕਰਾਉਣ ਦੇ ਲਈ, ਆਪਣੀ ਪਾਰਟੀ ਦੇ ਅੰਦਰੋਂ ਜੇਤੂ ਮਹਾਜ ਦੇ ਵਿੱਚ ਜੇਤੂ ਹੋ ਕੇ ਬਣਨ ਦੇ ਲਈ। ਇਹਦੇ ਚੋਂ ਇਹ ਨਜ਼ਰ ਆਉਂਦਾ। ਤੇ ਨਾਲ ਦੀ ਨਾਲ ਇਹ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਅਮਰਿੰਦਰ ਨੇ ਨਹੀਂ ਕੀਤੀਆਂ, ਉਹੀ ਸਾਰਾ ਲਾਣਾ, ਚਾਹੇ ਉਹ ਰੇਪ ਨਾਲ ਸੰਬੰਧਿਤ ਹੋਵੇ ਤੇ ਕਿਸੇ ਵੀ ਟਾਈਪ ਦੇ ਮਾਫੀਆ ਨਾਲ ਸੰਬੰਧਿਤ ਹੋਵੇ, ਉਹ ਨਵਜੋਤ ਸਿੱਧੂ ਦੇ ਆਲੇ ਦੁਆਲੇ ਤੁਰਿਆ ਜਾ ਰਿਹਾ। ਹੁਣ ਸਾਰਾ ਸਭ ਬੰਦੇ ਤਾਂ ਸਾਰੇ ਉਹੀ ਨੇ, ਉਹੀ ਸਰਕਾਰਾਂ 'ਚ ਸੀਗੇ, ਉਹਨਾਂ ਨੇ ਸਾਰਾ ਕੁਝ ਲੁੱਟਿਆ ਤੇ ਚੁੱਕਿਆ, ਤੇ ਉਹੀ ਜੇ ਉਸੇ ਬੰਦੇ ਦੇ ਇਰਦ ਗਿਰਦ ਸਾਰਾ ਕੁਝ ਫੇਰ ਹੈ ਤਾਂ ਕੀ ਤਬਦੀਲੀ ਹੋਈ? ਕਿਸ ਤਰੀਕੇ ਨਾਲ ਤਬਦੀਲੀ ਹੋਏਗੀ? ਜੇ ਪਾਰਟੀ ਦੇ ਢਾਂਚੇ 'ਚ ਕੋਈ ਤਬਦੀਲੀ ਨਹੀਂ, ਪਾਰਟੀ ਦੀ ਕਾਰਗੁਜ਼ਾਰੀ 'ਚ ਕੋਈ ਤਬਦੀਲੀ ਨਹੀਂ, ਪਾਰਟੀ ਦੇ ਸਿਲੈਕਸ਼ਨ ਪ੍ਰੋਸੈਸ 'ਚ ਕੋਈ ਤਬਦੀਲੀ ਨਹੀਂ, ਤਾਂ ਕੀ ਕੋਈ ਬੰਦਾ ਕਰੂਗਾ ਆ ਕੇ ਲਿਆ ਕੇ? ਤੇ ਬਾਕੀ ਨਵਜੋਤ ਸਿੱਧੂ ਇਸ ਕੰਮ ਲਈ ਨਹੀਂ ਜਾਣਿਆ ਜਾਂਦਾ ਕਿ ਉਹ ਗਰਾਊਂਡ ਦਾ ਬੰਦਾ, ਗਰਾਊਂਡ ਤੇ ਗਿਆ ਨਹੀਂ। ਜਿਵੇਂ ਅਮਰਿੰਦਰ ਸਿੰਘ ਲੋਕਾਂ ਨੂੰ ਨਹੀਂ ਮਿਲਦਾ, ਜਿਵੇਂ ਅਮਰਿੰਦਰ ਸਿੰਘ ਮਹਾਰਾਜੇ ਦੇ ਸਟਾਈਲ ਦੇ ਵਿੱਚ ਜੇ ਅੰਦਰ ਬੰਦ ਰਹਿੰਦਾ ਤੇ ਲੀਡਰਾਂ ਤੱਕ ਨੂੰ ਨਹੀਂ ਮਿਲਦਾ, ਨਵਜੋਤ ਸਿੱਧੂ ਦਾ ਵੀ ਕੋਈ ਬੜਾ ਫਰਕ ਨਹੀਂ ਇਸ ਮਾਮਲੇ ਵਿੱਚ। ਉਹ ਵੀ ਅੰਦਰ ਬੰਦ ਤੇ ਬਹੁਤ ਜ਼ਿਆਦਾ, ਇਹ ਨਹੀਂ ਕਿ ਸੜਕ ਤੇ ਆ ਕੇ ਉਹ ਲੋਕਾਂ ਦੀ ਲੜਾਈ ਲੜੇ ਜਾਂ ਸੜਕ ਤੇ ਤੁਰਿਆ ਫਿਰਦਾ। ਹੁਣ ਤੱਕ ਕਿਹਨੇ ਰੋਕਿਆ ਸੀ ਉਹਨੂੰ? ਜੇਕਰ ਮਤਲਬ ਨਹੀਂ ਸੀਗਾ ਹੁਣ ਤੱਕ ਵੀ ਕੋਈ ਪ੍ਰਧਾਨ ਦਾ ਉਹਦਾ ਨਾਲ ਲੜਾਈ ਲੜੀ ਜਾਂਦੀ, ਉਹਦੀ ਪੈਸੇ ਵੀ ਤਾਂ ਲੜਾਈ ਲੜੀ। ਤੁਸੀਂ ਐਮਐਲਏ ਨਾ ਵੀ ਹੋਵੋ, ਆਵਾਜ਼ ਉਠਾਉਣ ਤੋਂ, ਲੋਕਾਂ ਦੇ ਨਾਲ ਰੱਖ ਕੇ ਚੱਲਣ ਤੋਂ ਕੋਈ ਨਹੀਂ ਰੋਕ, ਪਰ ਇਹ ਪ੍ਰਗਟਾਵਾ ਨਹੀਂ ਹੋ ਰਿਹਾ, ਇਤਿਹਾਸ ਇਸ ਦਾ ਪ੍ਰਗਟਾਵਾ ਕਰ ਨਹੀਂ ਰਿਹਾ ਇੰਨੇ। ਬਾਕੀ ਇੱਕ ਗੱਲ ਹੋਰ ਬਹੁਤ ਵੱਡੀ ਹੈ, ਮੈਨੂੰ ਤਾਂ ਤੁਸੀਂ ਕਿ ਜਿਹੜੇ ਬੰਦੇ ਨੂੰ ਨਾ ਬੀਜੇਪੀ ਦੀ ਵਿਚਾਰਧਾਰਾ ਨਾਲ ਆਪਦੀ ਨਾਲ ਵਿਚਾਰਧਾਰਾ ਸਿਆਸਤ ਵਿੱਚ ਇਹ ਵੱਖਰੇ ਸਿਆਸਤ ਨਾਲ ਵੀ ਪ੍ਰੋਬਲਮ ਹੈ, ਤੁਹਾਨੂੰ ਬਾਕੀ ਦੀ ਸਿਆਸਤ ਨਾਲ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਕਿਹੜੇ ਪਾਸੇ? ਹਾਂਜੀ, ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਸਾਡਾ ਮਾਹੌਲ ਹੈ, ਜਿਵੇਂ ਜਿਸ ਤਰੀਕੇ ਦੀ ਸਿਆਸਤ ਸਾਡੇ ਆ ਰਹੀ ਹੈ, ਉਹਦਾ ਸਰੋਕਾਰ ਜਿਹੜੇ ਨੇ ਉਹ ਲੋਕਾਂ ਨਾਲ ਮੈਚ ਨਹੀਂ ਕਰਦੇ। ਔਰ ਇਹ ਸਭ ਤੋਂ ਬੜੀ ਲੜਾਈ ਹੀ ਇਹਨਾਂ ਦਿਨਾਂ ਦੇ ਵਿੱਚ ਇਹ ਹੈ, ਕਾਫੀ ਲੰਮੇ ਸਮੇਂ ਤੋਂ, ਕਿ ਕਿਹੜੀ ਧਿਰ ਆਪਣੇ ਏਜੰਡੇ ਨੂੰ ਸੈਂਟਰ ਸਟੇਜ 'ਚ ਰੱਖ ਪਾਉਂਦੀ ਹੈ। ਮੰਨਣੀ ਗੱਲ ਤਾਂ ਨਾ ਮੰਨਣੀ ਦੂਜੀ ਗੱਲ ਹੈ, ਸਭ ਤੋਂ ਪਹਿਲਾਂ ਏਜੰਡਾ ਸੈੱਟ ਕੌਣ ਕਰਦਾ ਹੈ? ਇਹੀ ਪੰਜਾਬ ਦੇ ਸਾਹਮਣੇ ਸਭ ਤੋਂ ਬੜਾ ਸੰਕਟ ਹੈ, ਇਹੀ ਦੇਸ਼ ਦੇ ਸਾਹਮਣੇ, ਕਿ ਕਿਹਦੇ ਏਜੰਡੇ ਤੇ ਦੇਸ਼ ਜਾਂ ਦੁਨੀਆ ਸੋਚੇ। ਅਸਲ 'ਚ ਹੁਣ ਅਸੀਂ ਸੋਚਣ ਸਾਨੂੰ ਲਾ ਦਿੱਤਾ ਜਾਂਦਾ ਕਿ ਤੁਸੀਂ ਸੋਚੋ ਕੈਪਟਨ ਹੈ ਜਾਂ ਸਿੱਧੂ ਹੈ, ਸੁਖਬੀਰ ਹੈ ਜਾਂ ਕੋਈ ਹੋਰ ਹੈ, ਕੇਜਰੀਵਾਲ ਹੈ ਜਾਂ ਕੋਈ ਹੋਰ ਹੈ। ਸੋਚਣ ਇਹ ਚਾਹੁੰਦੇ ਨੇ ਕਿ ਸਾਡੀਆਂ ਆਹ ਸਮੱਸਿਆਵਾਂ ਨੇ, ਸਾਡੇ ਵਪਾਰ ਦਾ ਕੀ ਬਣੇ, ਸਾਡੇ ਰੁਜ਼ਗਾਰ ਦਾ ਕੀ ਬਣੇ, ਸਾਡੀ ਖੇਤੀ ਦਾ ਕੀ ਬਣੇ, ਸਾਡੇ ਪਾਣੀ ਦਾ ਕੀ ਬਣੇ, ਸਾਡੇ ਵਾਤਾਵਰਨ ਦਾ ਕੀ ਬਣੇ, ਸਾਡੀ ਵਿੱਦਿਆ ਦਾ, ਸਾਡੀ ਸਿਹਤ ਦਾ। ਉਹ ਏਜੰਡਿਆਂ ਤੇ ਤਾਂ ਸਾਡੀ ਚਰਚਾ ਹੀ ਨਹੀਂ ਹੋ ਰਹੀ। ਇਸੇ ਕਰਕੇ ਇਹ ਅਗਲੇ ਦਿਨਾਂ ਦੇ ਵਿੱਚ ਜਿਹੜੀ ਇਹ ਚੇਤਨਤਾ ਆ ਰਹੀ ਹੈ ਕਿਸਾਨ ਅੰਦੋਲਨ ਦੇ ਰਾਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹ ਚੇਤਨਤਾ ਨੇ ਏਜੰਡਾ ਵੀ ਫੈਲਾਉਣਾ ਤੇ ਏਜੰਡਾ ਸੈਂਟਰਲ ਸਟੇਜ 'ਚ ਲਿਆਉਣਾ ਵੀ ਹੈ। ਪਿਛਲੇ ਦਿਨਾਂ 'ਚ ਜਦੋਂ 26 ਤਰੀਕ ਨੂੰ ਕਿਸਾਨ ਅੰਦੋਲਨ ਨੇ ਇੱਕ ਸੱਦਾ ਦਿੱਤਾ ਸੀਗਾ 2 ਘੰਟੇ ਦਾ ਜਾਮ ਦਾ ਜਵਾਬ ਕੀਤਾ, ਬਾਕੀ ਪਾਰਟੀਆਂ ਨੂੰ ਵੀ ਉਹਨਾਂ ਦੇ ਫੇਵਰ 'ਚ ਬੋਲਣਾ ਪਿਆ। ਇਹਦਾ ਮਤਲਬ ਮੂਹਰੇ ਲੱਗਿਆ ਸੀ ਕਿਸਾਨ ਅੰਦੋਲਨ, ਪਿੱਛੇ ਪਾਰਟੀਆਂ ਨੂੰ ਕਹਿਣਾ ਪਿਆ। ਹੁਣ ਵੀ ਜਿਹੜੀ ਇੱਕ ਜਨਤਕ ਵਿਪ ਜਾਰੀ ਕੀਤੀ ਹੈ ਵੋਟਰ ਵਿਪ ਪਾਰਟੀਆਂ ਨੂੰ, ਇਹ ਇੱਕ ਅਗਵਾਈ ਕਰਨ ਦੀ ਗੱਲ ਹੁੰਦੀ ਹੈ ਜਮਹੂਰੀਅਤ ਦੇ ਵਿੱਚ, ਕਿ ਅਗਵਾਈ ਕੌਣ ਕਰਦਾ, ਸੈੱਟ ਕੌਣ ਕਰਦਾ, ਡਿਕਟੇਟ ਕੌਣ ਕਰਦਾ। ਇਹ ਇੱਕ ਚੰਗੀ ਸ਼ੁਰੂਆਤ ਹੈ, ਇਸ ਸ਼ੁਰੂਆਤ ਨੂੰ ਹੋਰ ਹੋਣਾ ਚਾਹੀਦਾ ਤਾਂ ਕਿ ਲੀਡਰਾਂ ਦੇ ਏਜੰਡੇ ਦੀ ਬਜਾਏ ਲੋਕਾਂ ਦਾ ਏਜੰਡਾ ਮੇਨ ਕੇਂਦਰ 'ਚ ਰਹੇ, ਜਿਹਦੇ ਦੁਆਲੇ ਸਿਆਸਤ ਤੇ ਲੋਕਾਂ ਦੀ ਸੋਚ ਘੁੰਮਣੀ ਚਾਹੀਦੀ ਹੈ। ਲੋਕਾਂ ਦਾ ਏਜੰਡਾ, ਮੈਨੂੰ ਲੱਗਦਾ ਕਿ ਹੁਣ ਸਿਆਸੀ ਪਾਰਟੀਆਂ ਨੂੰ ਸਮਝ ਆ ਜਾਊਗਾ ਵੀ ਮੁਫਤ ਆਟਾ ਦਾਲ ਤੇ ਮੁਫਤ ਬਿਜਲੀ ਜਾਂ 300 ਯੂਨਿਟ ਮੁਫਤ ਕਰਕੇ ਹੁਣ ਲੋਕਾਂ ਦੇ ਨਾਲ ਭਾਈਵਾਲੀ ਨਹੀਂ ਬਣਨੀ, ਹੁਣ ਏਜੰਡਾ ਬਦਲੇਗਾ। ਨਹੀਂ, ਬਿਲਕੁਲ ਬਦਲਣਾ ਚਾਹੀਦਾ ਹੈ। ਦੇਖੋ, ਇੱਕ ਤਾਂ ਸੋਸ਼ਲ ਸਿਕਿਉਰਿਟੀ ਨੈਟਵਰਕ ਹੈ, ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਜੀ ਬਿਲਕੁਲ ਹੀ ਸਬਸਿਡੀ ਨਾ ਦਿਓ, ਗਰੀਬ ਨੂੰ ਖਾਣਾ ਨਾ ਦਿਓ, ਫਲਾਨਾ। ਉਹ ਇੱਕ ਅਲੱਗ ਪਹਿਲੂ ਹੈ। ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋਏ ਇੱਕ ਸਭ ਨੂੰ ਨਾਲ ਲੈ ਕੇ ਚੱਲਣ ਦਾ ਇੱਕ ਗਰੰਟੀ ਦੀ ਗੱਲ ਹੁੰਦੀ ਹੈ ਕਿ ਸੋਸ਼ਲ ਸਿਕਿਉਰਿਟੀ ਦੀ ਗਰੰਟੀ ਦੀ,
ਦੁਨੀਆ ਭਰ ਦਾ ਇਹ ਏਜੰਡਾ ਹੈ। ਸੋਸ਼ਲ ਸਿਕਿਉਰਿਟੀ ਦੀ ਗਾਰੰਟੀ ਦਾ ਮਤਲਬ ਇਹ ਹੁੰਦਾ ਹੈ, ਸਭ ਤੋਂ ਪਹਿਲਾਂ ਤੁਸੀਂ ਬੰਦੇ ਨੂੰ ਰੁਜ਼ਗਾਰ ਦਿਓ। ਜੇ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਜਿਉਣ ਯੋਗ ਬੇਰੁਜ਼ਗਾਰੀ ਭੱਤਾ ਦਿਓ। ਇਹ ਗਵਰਨਮੈਂਟਾਂ ਦੀ ਕਾਨੂੰਨੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਗਾਰੰਟੀ ਹੋਣੀ ਚਾਹੀਦੀ ਹੈ, ਤਾਂ ਕਿ ਫਿਰ ਬੰਦੇ ਆਪਣੇ ਜੋਗੇ ਰਹਿਣ। ਔਰ ਇਹਦੇ ਤੋਂ ਇਲਾਵਾ ਜਿਹੜੇ ਬੰਦੇ ਇਸ ਦਾਇਰੇ 'ਚ ਵੀ ਨਹੀਂ ਆਉਂਦੇ, ਕਮਾ ਵੀ ਨਹੀਂ ਸਕਦੇ, ਕੁਝ ਖਾ ਵੀ ਨਹੀਂ ਕਰ ਨਹੀਂ ਸਕਦੇ, ਜ਼ਿੰਦਗੀ ਦੇ ਉਹਨਾਂ ਪੜਾਵਾਂ 'ਚ ਚਲੇ ਜਾਂਦੇ ਨੇ, ਜਿਵੇਂ ਬਜ਼ੁਰਗ ਨੇ, ਜਿਵੇਂ ਹੋਰ ਇਸ ਲੈਵਲ ਦੇ ਕੋਈ ਰੋਗੀ ਹੋ ਗਏ, ਉਹਨਾਂ ਲਈ ਵੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਚੱਲੇ। ਇਹ ਸੋਸ਼ਲ ਸਿਕਿਉਰਿਟੀ। ਹਾਂ, ਇਹਦੇ ਨਾਲ ਦੀ ਨਾਲ ਇਹ ਹੈ ਕਿ ਜਿਹੜਾ ਬੁਨਿਆਦੀ ਤੌਰ ਤੇ ਗੱਲ ਹੈ, ਅਜੇ ਤੱਕ ਅਸੀਂ ਜਿਹੜਾ ਅਧਿਕਾਰ ਦਾ ਸਵਾਲ ਹੈ, ਐਜ ਏ ਸਿਟੀਜ਼ਨ, ਐਜ ਏ ਨਾਗਰਿਕ, ਹੱਕ ਦਾ ਸਵਾਲ ਹੈ, ਉਹਨੂੰ ਤਸਲੀਮ ਕਰਨ ਨਹੀਂ ਲੱਗੇ। ਮਿਸਾਲ ਦੇ ਤੌਰ ਤੇ ਕੁਝ ਚੀਜ਼ਾਂ ਹੋਈਆਂ ਨੇ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਐਕਟ ਜਿਹੜੇ ਬਣੇ ਸੀ। ਇੱਕ ਐਕਟ ਰਾਈਟ ਟੂ ਫੂਡ ਬਣਿਆ, ਜਿਹਦੇ ਤਹਿਤ ਕੋਈ ਭੁੱਖਾ ਨਹੀਂ ਰਹੇਗਾ, ਤੇ ਰਾਈਟ ਟੂ ਫੂਡ ਦੇ ਤਹਿਤ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨਾਂ ਲਈ ਸਸਤਾ ਅਨਾਜ ਮੁਹੱਈਆ ਕਰਾਓ। ਦੂਜਾ ਐਕਟ ਰਾਈਟ ਟੂ ਐਜੂਕੇਸ਼ਨ ਬਣਿਆ, ਜਿਹੜਾ 8ਵੀਂ ਤੱਕ ਹੀ ਸਹੀ ਕਿ ਇੰਨੇ ਨੇੜੇ ਸਕੂਲ ਖੁੱਲੇਗਾ, ਹਰ ਬੰਦੇ ਨੂੰ ਸਕੂਲ ਲਿਆਉਣਾ ਜ਼ਰੂਰੀ ਹੈ, ਬਾਕੀ ਦੀਆਂ ਚੀਜ਼ਾਂ ਦਾ ਸਵਾਲ। ਤੀਜਾ ਐਕਟ ਆਰਟੀਆਈ ਬਣਿਆ, ਰਾਈਟ ਟੂ ਜਿਹੜਾ ਇਨਫੋਰਮੇਸ਼ਨ ਦਾ। ਔਰ ਉਹ ਇਨਫੋਰਮੇਸ਼ਨ ਇਹ ਹੈ ਕਿ ਤੁਹਾਨੂੰ 10 ਰੁਪਏ ਦੇ ਕੇ ਭਰ ਕੇ ਕੋਈ ਵੀ ਇਨਫੋਰਮੇਸ਼ਨ ਲੈਣ ਦਾ, ਸੂਚਨਾ ਲੈਣ ਦਾ ਹੱਕ ਹੈ, ਤਾਂ ਕਿ ਪਾਰਦਰਸ਼ਤਾ ਆਏ। ਇਸ ਨਾਗਰਿਕ ਹੋਣ ਦੇ ਨਾਤੇ ਉਹਨੂੰ ਕਿਵੇਂ ਸਰਕਾਰਾਂ ਫੈਸਲੇ ਕਰਦੀਆਂ ਨੇ, ਕੀ ਕਰਦੀਆਂ ਨੇ, ਇਹ ਉਹਦੇ ਕੋਲ ਹੱਕ ਦੇ ਤੌਰ ਤੇ ਜਾਣਾ ਚਾਹੀਦਾ ਕਿਸੇ ਨੂੰ। ਚੌਥੀ ਗੱਲ ਜਿਹੜੀ ਹੱਕ ਦੇ ਤੌਰ ਤੇ ਸੀ, ਉਹ ਸੀ ਮਨਰੇਗਾ। ਘੱਟੋ ਘੱਟ ਚਾਹੇ 100 ਦਿਨ ਦਾ ਹੀ ਹੈ, ਪਰ ਉਹ ਬੁਨਿਆਦੀ ਹੱਕ ਦੇ ਤੌਰ ਤੇ ਕਾਨੂੰਨੀ ਤੌਰ ਤੇ ਤਸਲੀਮ ਕੀਤਾ ਗਿਆ ਮਨਰੇਗਾ ਦੇ ਤਹਿਤ। ਔਰ ਉਹ ਮੰਗ ਦੇ ਆਧਾਰਿਤ ਹੈ, ਉਹ ਸਪਲਾਈ ਆਧਾਰਿਤ ਨਹੀਂ ਹੈ, ਕਿ ਜਦੋਂ ਕੋਈ ਬੰਦਾ ਚਾਹੂਗਾ, ਜਿਹੜੇ ਦਿਨਾਂ 'ਚ ਚਾਹੂਗਾ, ਉਹਨਾਂ ਦਿਨਾਂ 'ਚ ਕੰਮ ਦੇ। ਪਰ ਉਹ ਹੱਕ ਦੇ ਤੌਰ ਤੇ ਤਾਂ ਲਾਗੂ ਹੀ ਨਹੀਂ ਹੋ ਰਿਹਾ ਕੁਝ ਵੀ, ਅਜੇ ਵੀ ਖਰੈਤੀ ਤੌਰ ਤੇ ਲਾਗੂ ਹੋ ਰਿਹਾ। ਕੋਈ ਉੱਥੇ ਫੋਨ ਕਰ, ਪੰਚਾਇਤ ਕਰ ਦਿੰਦੀ ਹੈ ਗੁਰਦੁਆਰਾ ਸਾਹਿਬ 'ਚ ਅਨਾਉਂਸ ਵੀ ਆਜੋ, ਵੀ ਇੰਨੇ ਬੰਦੇ ਉੱਥੇ ਲੱਗ, ਆਜੋ ਇੰਨੇ ਬੰਦੇ ਇੱਥੇ ਲੱਗ ਜਾਓ। ਉਹਦੀ ਕੋਈ ਇੱਛਾ ਨਹੀਂ ਚੱਲਦੀ, ਜਿਹੜਾ ਬੰਦਾ ਜਿਹਨੇ ਕੰਮ ਮੰਗਣਾ। ਨਾ ਤਾਂ ਲੋਕਾਂ 'ਚ ਜਾਗਰੂਕਤਾ ਹੋ, ਤੇ ਨਾ ਇਹ ਸੰਸਥਾਵਾਂ ਜਿਹੜੀ ਇਹਨੂੰ ਲਾਗੂ ਕਰਾਉਣੀਆਂ ਨੇ, ਚਾਹੇ ਉਹ ਪੰਚਾਇਤਾਂ ਨੇ, ਚਾਹੇ ਉਹ VDPO ਹੈ, ਚਾਹੇ ਉਹ ADC ਡਿਵੈਲਪਮੈਂਟ ਹੈ, ਜਾਂ ਸਰਕਾਰ ਲੈਵਲ ਤੇ ਹੈ। ਉਹਦੇ 'ਚ ਇਹ ਗਾਰੰਟੀ ਕੀਤੀ ਗਈ ਹੈ ਕਿ ਜੇ ਤੁਸੀਂ ਮੰਗੇ ਮੁਤਾਬਕ ਕੰਮ ਨਹੀਂ ਦਿੰਦੇ ਤਾਂ ਤੁਹਾਨੂੰ ਬੇਰੁਜ਼ਗਾਰੀ ਭੱਤਾ ਦੇਣਾ ਪਏਗਾ। ਜੇ ਤੁਸੀਂ ਸਮੇਂ ਸਿਰ ਪੇਮੈਂਟ ਨਹੀਂ ਦਿੰਦੇ ਤਾਂ ਬਿਨ ਵਿਆਜ ਦੇਣੀ ਪਏਗੀ। ਜੇ ਤੁਸੀਂ ਇਸੇ ਤਰੀਕੇ ਦੇ ਨਾਲ ਇੱਕ ਵੀ ਕੰਮ ਕਰਦੇ ਦੌਰਾਨ ਜੇਕਰ ਕਿਸੇ ਬੰਦੇ ਨੂੰ ਸੱਟ ਫੇਟ ਵੱਜ ਜਾਂਦੀ ਹੈ ਤਾਂ 4 ਲੱਖ ਤੱਕ ਦਾ ਬੀਮਾ ਹੈ, ਪਰ ਉਹ ਤਾਂ ਮਿਲੂਗਾ ਜੇ ਉਹ ਸਾਰਾ ਕਾਨੂੰਨੀ ਪ੍ਰਬੰਧ ਦੇ ਰੂਪ 'ਚ ਲਾਗੂ ਹੋਏਗਾ। ਉਹ ਲਾਗੂ ਸਾਡੇ ਕਿੱਥੇ ਹੈ? 19 ਲੱਖ ਤੋਂ ਜ਼ਿਆਦਾ ਜੌਬ ਕਾਰਡ ਬਣਿਆ ਹੋਇਆ ਪੰਜਾਬ 'ਚ, ਤੇ ਕੰਮ ਮਿਲ ਰਿਹਾ 2,34,000 ਨੂੰ। ਉਹ ਵੀ ਗਵਰਨਮੈਂਟ ਦੇ ਆਪਣੇ ਅੰਕੜਿਆਂ ਮੁਤਾਬਕ ਉਹ ਵੀ 100 ਦਿਨ ਦਾ ਨਹੀਂ ਮਿਲ ਰਿਹਾ, ਸਾਰਿਆਂ ਨੂੰ ਬਹੁਤ ਥੋੜੇ ਦਿਨ ਦਾ ਮਿਲ ਰਿਹਾ, ਜਿੰਨੇ ਦਿਨਾਂ ਦਾ ਵੀ ਮਿਲਣਾ। ਜੇ ਉਹ ਰੋਜੀ ਰੋਟੀ, ਜੇ ਉਹਨੂੰ ਲਾਗੂ ਕਰ ਦੋ ਤੁਸੀਂ, ਤਾਂ ਉਹ ਠੀਕ ਤਰੀਕੇ ਦੇ ਨਾਲ ਰੋਜੀ ਰੋਟੀ ਮਿਲ ਜੇਗੀ, ਤਾਂ ਬੰਦਾ ਆਪਣੇ ਸਾਧਨ, ਬੱਚਿਆਂ ਦੀ ਪੜ੍ਹਾਈ, ਬਾਕੀ ਚੀਜ਼ਾਂ ਸ਼ੁਰੂ ਕਰ ਲਊਗਾ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਮਨਰੇਗਾ ਨੂੰ ਕੱਲਾ ਇਹ ਸਕੀਮ ਦੇ ਤੌਰ ਤੇ ਅਸੀਂ ਪੇਸ਼ ਕਰ ਰਹੇ ਹਾਂ ਕਿ ਦਲਤਾਂ ਦੀ ਹੈ। ਜੇ ਰੁੱਖ ਲਾ ਦੋ, 60% ਪੈਸਾ ਉਹਦਾ ਖੇਤੀ 'ਚ ਖਰਚ ਹੋਣਾ ਹੈ, ਔਰ 60% ਪੈਸਾ ਖੇਤੀ 'ਚ ਹੋਣਾ ਹੈ। ਇੱਕ ਤਾਂ ਜ਼ਮੀਨ ਦੇ ਮਾਮਲੇ 'ਚ, ਇੱਕ ਪਾਣੀ ਦੀ ਬਚਤ ਦੇ ਮਾਮਲੇ ਦੇ ਵਿੱਚ, ਇੱਕ ਰੁੱਖਾਂ ਤੇ। ਤੁਸੀਂ ਪੰਜਾਬ 'ਚ ਹਰੇਕ ਪਿੰਡ 'ਚ ਇੰਨਾ ਜ਼ਿਆਦਾ ਮਤਲਬ ਸਪੇਸ ਵਿਹਲੀ ਪਈ ਹੈ, ਥਾਂ, ਰੁੱਖ ਲਗਾਓ। ਹਰ 200 ਬੂਟੇ ਪਿੱਛੇ ਇੱਕ ਪਰਿਵਾਰ, ਸਾਲ 'ਚ 4 ਪਰਿਵਾਰ ਐਡਜਸਟ ਹੋ ਜਾਂਦੇ ਨੇ। ਸੈਂਕੜੇ ਹਜ਼ਾਰਾਂ ਰੁਜ਼ਗਾਰ ਪੈਦਾ, ਲੱਖਾਂ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ। ਔਰ ਨਾਲੇ ਉਹਦੇ ਨਾਲ ਵਾਤਾਵਰਨ ਸੁਧਰੂਗਾ, ਨਾਲੇ ਫਲਦਾਰ ਰੁੱਖ ਲਾ ਦੋ, ਤੇ ਉਹਦੇ ਨਾਲ ਜਿਹੜਾ ਲੋਕਾਂ ਨੂੰ ਮਹਿੰਗੇ ਭਾਅ ਦੇ ਫਲ ਖਰੀਦ ਕੇ ਨਹੀਂ ਖਾ ਸਕਦੇ, ਉਹਦੇ ਚੋਂ ਖਾ ਸਕਣਗੇ, ਤੇ ਉਹਦੇ ਨਾਲ ਸਿਹਤ ਸੁਧਰੂਗੀ। ਲੋਕਾਂ ਦੀ ਜਿਹੜੀ ਕਮੀ ਹੈ ਅੰਦਰਲੀ ਵਿਟਾਮਿਨਾਂ ਦੀ, ਉਹ ਪੂਰੀ ਹੋਏਗੀ। ਕਿੰਨੀਆਂ ਹੀ ਚੀਜ਼ਾਂ ਫਾਇਦੇਮੰਦ ਹੋ ਸਕਦੀਆਂ ਨੇ ਜੇ ਕਰੇ, ਪਰ ਇਹ ਏਜੰਡੇ ਤੇ ਨਹੀਂ ਹੈ। ਇੱਕ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਦੱਸੋ ਮਨਰੇਗਾ ਹੋਵੇ, ਇੱਕ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਲੋਕਾਂ ਦੀ ਇੰਪਾਵਰਮੈਂਟ ਹੋਵੇ। ਲੋਕਾਂ ਦੀ ਇੰਪਾਵਰਮੈਂਟ ਦਾ ਸਵਾਲ ਹੈ ਕਿ ਜਿਹੜੇ 73ਵੀਂ ਸੋਧ ਮੁਤਾਬਕ 29 ਡਿਪਾਰਟਮੈਂਟ ਦੇਣੇ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ, ਉਹ ਅੱਜ ਤੱਕ ਕਿਉਂ ਨਹੀਂ ਦਿੱਤੇ? ਜਿਹੜੇ ਸ਼ਹਿਰੀ ਸੰਸਥਾਵਾਂ ਨੂੰ 18 ਡਿਪਾਰਟਮੈਂਟ ਦੇਣੇ ਨੇ, ਉਹ ਅੱਜ ਤੱਕ ਕਿਉਂ ਨਹੀਂ ਦਿੱਤੇ? ਉਹਨਾਂ ਦੇ ਕਰਮਚਾਰੀ, ਉਹਨਾਂ ਨਾਲ ਸੰਬੰਧਿਤ ਪੈਸਾ, ਇਹ ਲੋਕਾਂ ਦੇ ਏਜੰਡੇ। ਇਹਨਾਂ ਏਜੰਡਿਆਂ ਨੂੰ ਸੈਂਟਰ 'ਚ ਲਿਆਉਣ ਲਈ ਅਜੇ ਕਾਫੀ ਜਦੋਜਹਿਦ ਵੱਖ-ਵੱਖ ਸੰਸਥਾਵਾਂ ਨੂੰ ਵੀ ਕਰਨੀ ਪਏਗੀ। ਪਹਿਲਾਂ ਤਾਂ ਆਪ ਇੱਕ ਸਹਿਮਤੀ ਬਣਾਉਣੀ ਪਏਗੀ, ਫਿਰ ਉਸ ਸਹਿਮਤੀ ਦੇ ਆਧਾਰ ਤੇ ਉਦੋਂ ਬਾਅਦ ਇੱਕ ਪ੍ਰਚਾਰ ਮੁਹਿੰਮ ਵੀ ਚਲਾਉਣ ਦੀ ਲੋੜ ਹੈ, ਲੋਕਾਂ 'ਚ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ, ਤਾਂ ਕਿ ਉਹਦੀ ਤੇ ਹੀ ਸਵਾਲ ਪੁੱਛਣ ਲੋਕ ਸਾਰੇ। ਜਦੋਂ ਲੋਕ ਉਹਨਾਂ ਤੇ ਸਾਰੇ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਸਿਆਸਤਦਾਨ ਨੂੰ ਉਹਦੇ ਤੇ ਘੱਟੋ ਘੱਟ ਇਸ ਪੱਧਰ ਦੇ ਉੱਤੇ ਆਏਗਾ ਕਿ ਜਵਾਬ ਦੇਣਾ ਪਊਗਾ। ਜਦੋਂ ਜਵਾਬ ਦੇਣਾ ਪਏਗਾ ਤਾਂ ਉਹਦੀ ਸਮਝ 'ਚ ਵੀ ਆਉਣਗੇ ਉਹ ਕਾਨੂੰਨ।
ਸ਼ਾਇਦ ਥੋੜੇ ਬਹੁਤ ਉਸ ਪਾਸੇ ਲਾਗੂ ਵੀ ਹੋਣਾ। ਹੁਣ ਜਿਹੜੇ ਇਹ ਜਾਗਰੂਕਤਾ ਅੰਦੋਲਨ ਫੈਲਾ ਰਹੇ ਨੇ, ਜਿਸ ਲੈਵਲ ਤੇ ਫੈਲਾ ਰਹੇ ਨੇ, ਇਸੇ ਕਰਕੇ ਅੱਜ ਕੱਲ੍ਹ ਸਾਰੇ ਬੰਦੇ ਪਿੰਡਾਂ 'ਚ ਜਾਣ, ਕੋਈ ਵੀ ਪਾਰਟੀ ਦੇ ਲੀਡਰ ਜਾਣ ਤੋਂ ਝਿਜਕਦੇ ਨੇ, ਲੋਕ ਸਵਾਲ ਕਰਦੇ ਨੇ। ਇਹ ਇੱਕ ਚੰਗੀ ਪ੍ਰਥਾ ਪਈ ਹੈ ਔਰ ਇਹ ਸਿਆਸਤਦਾਨ ਨੂੰ ਵੀ ਸਮਝ 'ਚ ਆ ਜਾਣਾ ਚਾਹੀਦਾ ਕਿ ਕੱਲਾ ਤੁਹਾਡਾ ਉੱਪਰੋਂ ਠੋਸਿਆ ਏਜੰਡਾ ਨਹੀਂ ਹੁਣ ਚੱਲੂਗਾ। ਹੁਣ ਲੋਕ ਆਪਣਾ ਏਜੰਡੇ ਬਾਰੇ ਤੁਹਾਡੇ ਤੋਂ ਸਵਾਲ ਪੁੱਛਣਗੇ ਔਰ ਤੁਹਾਨੂੰ ਉਹਨਾਂ ਦੇ ਏਜੰਡੇ ਦੇ ਮੁਤਾਬਕ ਤਿਆਰੀ ਕਰਨੀ ਪਏਗੀ। ਇਹ ਗੱਲ ਬਿਲਕੁਲ ਵਾਜਿਬ ਹੈ ਔਰ ਜਿੰਨੀ ਜਲਦੀ, ਜਿੰਨੀ ਮਜ਼ਬੂਤੀ ਨਾਲ ਲੋਕਾਂ ਦਾ ਏਜੰਡਾ ਸਾਹਮਣੇ ਰਹੂਗਾ, ਦੂਜੇ ਏਜੰਡੇ ਸਾਈਡ ਤੇ ਹੋਣਗੇ, ਉਨਾ ਹੀ ਪੰਜਾਬ ਦਾ ਭਲਾ ਹੈ, ਉਨਾ ਹੀ ਪੰਜਾਬ ਦੀ ਹੋਂਦ, ਲੋਕਾਂ ਦੀ ਹੋਂਦ ਦੇ ਸਵਾਲ ਜਾਂ ਲੋਕਾਂ ਦੇ ਜਿਹੜੇ ਸਰੋਕਾਰ ਨੇ ਪੂਰੇ, ਉਹਨਾਂ ਦੇ ਨਾਲ ਜੁੜ ਕੇ ਕੁਝ ਚੰਗੀਆਂ ਗੱਲਾਂ, ਕੋਈ ਚੰਗਾ ਭਵਿੱਖ ਪੰਜਾਬ ਦਾ ਬਣ ਸਕਦਾ। ਲੋਕਾਂ ਦੀ ਸੋਸ਼ਲ ਸਿਕਿਉਰਿਟੀ ਦੀ ਗਰੰਟੀ ਹੋਣੀ ਚਾਹੀਦੀ ਹੈ, ਸਰਕਾਰਾਂ ਦਾ ਫਰਜ਼ ਹੈ, ਪਰ ਉਹ ਤੇ ਅਮਲ ਨਹੀਂ ਹੋ ਰਿਹਾ। ਪਰ ਲੋਕਾਂ ਨੂੰ ਮੁਫਤਖੋਰੇ ਬਣਾਉਣ ਵਾਲੀ ਗਰੰਟੀ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਇਸ ਮੁਫਤਖੋਰੇ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਜਾ ਰਹੀ ਹੈ, ਉਹਦੇ ਵਿਚਕਾਰ ਹੀ ਇਹ ਜਿਹੜਾ ਅਮਲ ਨਹੀਂ ਹੋਇਆ ਸਿਕਿਉਰਿਟੀ ਦਾ, 1997 ਤੋਂ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ ਤੇ ਖੇਤੀ ਚੋਂ ਕਿਸਾਨ ਬਾਹਰ ਜਾ ਰਿਹਾ, ਮਜ਼ਦੂਰ ਬਾਹਰ ਜਾ ਰਿਹਾ। ਜਿਹੜਾ ਮਜ਼ਦੂਰ ਖੇਤ ਚੋਂ ਬਾਹਰ ਚਲ ਗਿਆ, ਉਹ ਚੌਂਕਾਂ ਵਿੱਚ ਜਾ ਕੇ ਖੜਾ, ਮੈਨੂੰ ਮਜ਼ਦੂਰੀ ਮਿਲ ਜਾਏ, ਉਹਨੂੰ ਮਜ਼ਦੂਰੀ ਨਹੀਂ ਮਿਲਦੀ, ਉਹਨੂੰ ਦਿਹਾੜੀ ਨਹੀਂ ਮਿਲਦੀ ਤੇ ਉਹਨੂੰ ਰੋਟੀ ਰੋਜ਼ੀ ਨਹੀਂ ਮਿਲ ਰਹੀ। ਤੇ ਇਹ ਸਰਕਾਰਾਂ ਦੇ ਏਜੰਡੇ ਤੇ ਗੱਲ ਕਦੋਂ ਆਏਗੀ ਜੀ? ਇਹ ਤਾਂ ਇੱਕ ਇਹ ਵੱਡੀ ਲੜਾਈ ਹੈ ਜਿਹੜੀ ਕਿਸਾਨ ਅੰਦੋਲਨ ਉਠਾ ਰਿਹਾ। ਇਹ ਲੜਾਈ ਇਹ ਹੈ ਕਿ ਵਿਕਾਸ ਦਾ ਮਾਡਲ ਕਿਉਂ ਜਾਓਗੇ। ਅੱਜ ਕੱਲ੍ਹ ਸਾਡੇ ਸਾਹਮਣੇ ਮਾਡਲ ਕਹਿੰਦੇ ਨੇ ਗੁਜਰਾਤ ਮਾਡਲ, ਇਹ ਦਿੱਲੀ ਮਾਡਲ, ਇਹ ਪੰਜਾਬ ਮਾਡਲ, ਇਹ ਸਭ ਕੁਝ ਫਰਾਡ ਹੈ। ਮਾਡਲ ਕੀ ਹੈ? ਮਾਡਲ ਇਹ ਕਾਰਪੋਰੇਟ ਮਾਡਲ ਹੈ ਅਸਲ ਦੇ ਵਿੱਚ, ਜਿਹੜਾ ਵੱਡੇ ਘਰਾਣਿਆਂ ਨੂੰ ਫਾਇਦਾ ਦਿੰਦਾ ਹੈ। ਜੇ ਤੁਸੀਂ ਐਸੇ ਕਰੋਨਾ ਦੇ ਦੌਰ 'ਚ ਦੇਖਦੇ ਹੋ, ਆਕਸਫਾਰਮ ਦੀ ਰਿਪੋਰਟ ਆਈ ਹੈ ਪਿਛਲੇ ਦਿਨਾਂ 'ਚ, 9 ਜੁਲਾਈ ਨੂੰ ਜੇ ਰਿਪੋਰਟ ਆਈ ਹੈ, ਉਹ ਰਿਪੋਰਟ ਇਹ ਕਹਿ ਰਹੀ ਹੈ ਕਿ ਜਿੰਨੇ ਕਰੋਨਾ ਨਾਲ ਮਰੇ ਨੇ, ਉਦੋਂ ਵੱਧ ਬੰਦੇ ਰੋਜ਼ਾਨਾ ਭੁੱਖ ਨਾਲ ਮਰਨ ਲੱਗ ਗਏ ਨੇ। 1 ਮਿੰਟ 'ਚ 11 ਬੰਦੇ ਮਰ ਰਹੇ ਨੇ, 1 ਘੰਟੇ ਦੇ ਵਿੱਚ 660 ਬੰਦੇ ਮਰ ਰਹੇ ਨੇ ਤੇ 1 ਦਿਨ 'ਚ 15,000 ਤੋਂ ਵੱਧ ਬੰਦੇ ਭੁੱਖ ਨਾਲ ਮਰਨ ਲੱਗ ਗਏ ਇਸ ਕਰੋਨਾ ਦੇ ਦੌਰ 'ਚ, ਕਿਉਂਕਿ ਰੁਜ਼ਗਾਰ ਖੁੱਸ ਗਿਆ, ਬਾਕੀ ਦੀਆਂ ਚੀਜ਼ਾਂ ਹੋ ਗਈਆਂ, ਨਵੇਂ ਰੁਜ਼ਗਾਰ ਦੇ ਕੋਈ ਸਾਧਨ ਵਿਕਸਿਤ ਨਹੀਂ ਹੋ ਰਹੇ। ਤੇ ਇਹਦੇ ਦੌਰਾਨ ਹੀ ਕੁਝ ਕੁ ਕਾਰਪੋਰੇਟ ਘਰਾਣਿਆਂ ਦੀ ਆਮਦਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਹ ਮਤਲਬ ਮਲਟੀਪਲਾਈ ਹੋ ਗਈ, ਕਿਸੇ ਦੀ 10 ਗੁਣਾ 15 ਗੁਣਾ ਵੱਖ-ਵੱਖ ਪੈਸਾ ਉੱਥੇ ਇਕੱਠਾ ਹੋ ਰਿਹਾ। ਜਿਹੜਾ ਇਹ ਵਿਕਾਸ ਦਾ ਮਾਡਲ ਹੈ, ਜਿਹੜਾ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਵਿਦਵਾਨ ਇਹਨਾਂ ਦਿਨਾਂ 'ਚ ਸਿਆਸਤ ਦੇ ਐਨਾਲਿਸਿਸ ਦੇ ਤੌਰ ਤੇ ਮੰਨਿਆ ਜਾਂਦਾ, ਨੋਮ ਚੋਮਸਕੀ, ਪਿਛਲੇ ਦਿਨਾਂ 'ਚ ਉਹਨੇ ਕਿਹਾ ਸੀਗਾ ਕਿ ਕਿਸਾਨ ਅੰਦੋਲਨ ਦੁਨੀਆ ਨੂੰ ਰਾਹ ਦਿਖਾ ਰਿਹਾ ਹੈ। ਇਹ ਕਾਰਪੋਰੇਟ ਮਾਡਲ ਦੇ ਖਿਲਾਫ ਚੇਤਨ ਕਰ ਰਿਹਾ ਲੋਕਾਂ ਨੂੰ ਕਿ ਤੁਸੀਂ ਇਹਦੇ ਬਾਰੇ ਸੋਚੋ ਤੇ ਮਾਡਲ ਬਦਲਣਾ ਪਏਗਾ। ਇਸ ਸਾਰੇ ਮਾਮਲੇ ਦੇ ਵਿੱਚ ਹੀ ਸਾਨੂੰ ਵੀ ਸੋਚਣਾ ਪਏਗਾ। ਇਹ ਵੱਡੀ ਲੜਾਈ ਹੈ, ਦੁਨੀਆ ਦੀ ਲੜਾਈ ਹੈ। ਇੱਕ ਪਾਸੇ ਮਨੁੱਖਤਾ ਦਾ ਸਵਾਲ ਹੈ ਕਿ ਇਨਸਾਨੀਅਤ ਦੀ ਲੜਾਈ ਲੜਨੀ ਹੈ ਜਾਂ ਕੁਝ ਘਰਾਣਿਆਂ ਦੀ ਲੜਾਈ ਲੜਨੀ, ਮਲਕ ਭਾਗੋ ਦੇ ਪੱਖ ਦੇ ਵਿੱਚ ਖੜਨਾ ਜਾਂ ਭਾਈ ਲਾਲੋ ਦੇ ਪੱਖ ਦੇ ਵਿੱਚ ਖੜਨਾ। ਜਿਹੜੇ ਭਾਈ ਲਾਲੋ 99% ਨੇ, ਉਹ 99% ਦੀ ਜਦੋਜਹਿਦ 1% ਦੇ ਖਿਲਾਫ ਜਿੰਨਾ ਚਿਰ ਨਹੀਂ ਬਣਦੀ, ਉਨਾ ਚਿਰ ਇਹ ਮਾਡਲ ਨਹੀਂ ਬਦਲਣਾ, ਉਨਾ ਚਿਰ ਓਵਰਆਲ ਜਿਹੜੀ ਬਰਾਬਰੀ ਦੇ ਸਵਾਲ ਨੇ ਜਾਂ ਬਾਕੀ ਉਹ ਹੱਲ ਨਹੀਂ ਹੋਣੇ। ਉਹ ਇੱਕ ਵੱਡੇ ਲੜਾਈ ਉਸ ਪਾਸੇ ਵੱਲ ਹੈਗੀ ਹੈ। ਤੇ ਕਿਉਂਕਿ ਇਹ ਮਾਡਲ ਜਿਹੜਾ ਚੱਲ ਰਿਹਾ, ਇਹ ਬੇਰੁਜ਼ਗਾਰੀ ਪੈਦਾ ਕਰ ਰਿਹਾ, ਇਹ ਆਟੋਮਾਈਜੇਸ਼ਨ ਲਿਆ ਰਿਹਾ, ਮਸਨੂਈ ਬੌਧਿਕਤਾ ਜਿਹਨੂੰ ਕਹਿੰਦੇ ਆ, ਉਹ ਰੁਜ਼ਗਾਰ ਪੈਦਾ ਹੀ ਨਹੀਂ ਕਰ ਰਿਹਾ, ਸਗੋਂ ਰੁਜ਼ਗਾਰ ਖਾ ਰਿਹਾ ਹੁਣ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ। ਉਹਦਾ ਅਸਰ ਸਾਡੇ ਵਰਗੇ ਜਿਹੜੇ ਗਰੀਬ ਮੁਲਕ ਨੇ ਜਾਂ ਘੱਟ ਵਿਕਸਿਤ ਦੇਸ਼ ਨੇ ਜਾਂ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਤੇ ਜ਼ਿਆਦਾ ਪੈ ਰਿਹਾ, ਦੂਜਿਆਂ ਤੇ ਵੀ ਪੈ ਰਿਹਾ। ਔਰ ਤੁਸੀਂ ਦੇਖੋ ਵਾਤਾਵਰਨ ਦੇ ਪੱਖ ਤੋਂ ਕੈਨੇਡਾ ਦੇ ਵਿੱਚ 500 ਤੋਂ ਵੱਧ ਬੰਦਾ ਮਰ ਗਿਆ ਗਰਮੀ ਜ਼ਿਆਦਾ ਹੋਣ ਕਰਕੇ। ਇਸ ਵਾਰ ਕੈਲੀਫੋਰਨੀਆ ਦੇ 21 ਤੋਂ 54 ਡਿਗਰੀ ਸੈਲਸੀਅਸ ਤੋਂ ਤਾਪਮਾਨ ਵੱਧ ਗਿਆ। ਔਰ ਜਿਹੜੇ ਇਹ ਕਦੇ ਹੜ੍ਹਾਂ 'ਚ ਮਰ ਜਾਣਾ, ਕਦੇ ਤਾਪਮਾਨ ਵਧਣ ਨਾਲ, ਇਹਦਾ ਕੋਈ ਗਰੰਟੀ ਨਹੀਂ ਲੈ ਸਕਦਾ ਦੁਨੀਆ ਦਾ ਅਮੀਰ ਤੋਂ ਅਮੀਰ ਮੁਲਕ ਜਿਹੜਾ ਕਰੇ, ਕਿਉਂਕਿ ਇਹ ਕੁਦਰਤ ਦੇ ਨਾਲ ਖਿਲਵਾੜ ਹੈ। ਓਵਰਆਲ ਜਿਹੜੀ ਸਾਡੀ ਪਾਲਿਸੀ ਕਰ ਰਹੀ ਹੈ, ਉਸ ਪਾਲਿਸੀ ਨੂੰ ਚੁਣੌਤੀ ਦੇਣ ਦਾ ਸਵਾਲ ਹੈ। ਉਹ ਪਾਲਿਸੀ ਨੂੰ ਜਦੋਂ ਚੁਣੌਤੀ ਦਿੰਦੇ ਆ ਤਾਂ ਹੇਠਾਂ ਤੱਕ ਇਹਨਾਂ ਗੱਲਾਂ ਦੇ ਲਈ ਇਸੇ ਕਰਕੇ ਉਹ ਆਊਗਾ ਕਿ ਉਹ ਕਾਰਪੋਰੇਟ ਦਾ ਪੈਸੇ ਦੀ ਬਜਾਏ ਲੋਕਾਂ ਕੋਲ ਪੈਸਾ ਕਿਵੇਂ ਟ੍ਰਾਂਸਫਰ ਹੋਵੇ। ਇਹ ਬਹੁਤ ਬੜੇ ਏਜੰਡੇ ਦਾ ਸਵਾਲ ਹੈ। ਇੱਥੇ ਤਾਂ ਜੇ ਚਰਚਾ ਵੀ ਨਹੀਂ ਹੈ ਪੰਜਾਬ ਦੇ ਵਿੱਚ ਜਾਂ ਬਾਕੀ ਸਾਡੀਆਂ ਸਿਆਸੀ ਪਾਰਟੀਆਂ ਤਾਂ ਉਸੇ ਕੇਕ ਚੋਂ ਸਾਰਾ ਕੁਝ ਖਾਣਾ ਚਾਹੁੰਦੀਆਂ ਨੇ ਜੋ ਪਹਿਲਾਂ ਜਿੰਨਾ ਹੈਗਾ, ਉਹਨੂੰ ਵਧਾਉਣਾ ਜਾਂ ਉਹਦੇ ਲਈ ਲੜਾਈ ਲੜਨਾ, ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਤਾਂ ਅਜੇ ਪੁਆਇੰਟ ਉੱਠ ਰਹੇ ਨੇ, ਜਿਹੜੇ ਪੁਆਇੰਟ ਇਹ ਅੰਦੋਲਨ ਉਠਾ ਰਹੇ ਨੇ, ਅਜੇ ਪਾਰਟੀਆਂ ਨਹੀਂ ਉਠਾ ਰਹੀਆਂ। ਤੇ ਇਸੇ ਕਰਕੇ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਅੰਦੋਲਨ ਸਫਲ ਹੋਵੇ, ਔਰ ਅੰਦਰੋਂ ਉੱਪਰੋਂ ਮਜਬੂਰੀ 'ਚ ਚਾਹੇ ਅੰਦੋਲਨ ਦੀ ਸਪੋਰਟ ਕਰਦੀਆਂ ਨੇ, ਪਰ ਅੰਦਰੋਂ ਸਭ ਨੂੰ ਲੱਗਦਾ ਕਿ ਅੰਦੋਲਨ ਕਾਮਯਾਬ ਨਹੀਂ ਹੋਣਾ ਚਾਹੀਦਾ। ਇਹ ਹੋ ਕੇ ਤਾਂ ਅੱਗੇ ਨੂੰ ਸਾਡੇ ਲਈ ਵੱਡਾ ਸੰਕਟ ਜਿਹੜਾ ਖੜਾ ਹੋ ਜਾਏਗਾ।
ਇਸ ਕਰਕੇ ਖੇਤਰ ਵਾਈਜ਼ ਆਪਣੀਆਂ ਸਮੱਸਿਆਵਾਂ ਪੰਜਾਬ ਦੀਆਂ ਵੀ ਜਾਂ ਦੇਸ਼ ਦੀਆਂ ਲੋਕ ਦੀਆਂ, ਉਹਨਾਂ ਨੂੰ ਪੱਧਰ ਤੇ ਸਹਿਮਤੀ ਬਣਾਉਣਾ, ਉਹਦੇ ਲਈ ਇੱਕ ਵੱਡੀ ਆਵਾਜ਼ ਬੁਲੰਦ ਕਰਨਾ ਔਰ ਉਸ ਆਵਾਜ਼ ਦੇ ਸਹਾਰੇ ਏਜੰਡਾ ਬਦਲਣਾ ਤੇ ਬਦਲੇ ਹੋਏ ਏਜੰਡੇ ਤੇ ਬਾਕੀ ਧਿਰਾਂ ਨੂੰ ਚੱਲਣ ਲਈ ਮਜਬੂਰ ਕਰਨਾ, ਇਹ ਅੱਜ ਸਭ ਤੋਂ ਤਰਜੀਹੀ ਕੰਮ ਹੋਣਾ ਚਾਹੀਦਾ। ਸਰਦਾਰ ਸਾਹਿਬ, ਪੰਜਾਬ ਦਾ ਮਾਡਲ ਤੇ ਇਹ ਹੈ ਵੀ 1992-93 ਵਿੱਚ ਪ੍ਰਤੀ ਵਿਅਕਤੀ ਜਿਹੜੀ ਆਮਦਨ ਸੀ, ਪੰਜਾਬ ਆਪਣਾ ਪਹਿਲਾ ਸਥਾਨ ਰੱਖਦਾ ਸੀ, ਤੇ ਅੱਜ ਇਹ ਹਾਲਾਤ ਹੈ ਵੀ 13ਵੇਂ-14ਵੇਂ ਸਥਾਨ ਤੇ ਆ ਗਿਆ, ਜੋ ਰਿਪੋਰਟ ਹੈ। ਇਹ ਮਾਡਲ ਬਣਾ ਲਿਆ ਪੰਜਾਬ ਨੇ। ਉਹ ਹੋ ਹੀ ਜਾਣਾ। ਉਹ ਕੋਈ ਇਸ ਕਰਕੇ ਨਹੀਂ ਆਇਆ। ਪੰਜਾਬ ਕਿਉਂਕਿ ਮੇਨਲੀ ਖੇਤੀ ਪ੍ਰਧਾਨ ਸੀ, ਉਦੋਂ ਖੇਤੀ ਦੀ ਬੁਕਸ ਸੀ ਤੇ ਉਹਦੀ ਰੇਟ ਮਿਲਦਾ ਸੀ ਬਹੁਤ ਜ਼ਿਆਦਾ। ਅੱਜ ਵੀ ਪੰਜਾਬ ਦਾ 24% GSDP ਖੇਤੀ ਚੋਂ ਆਉਂਦਾ, ਪੂਰੇ ਦੇਸ਼ ਦਾ 13% ਆਉਂਦਾ ਐਵਰੇਜ। ਜੇ ਪੰਜਾਬ ਕੱਢਦੇ ਹੋ 10% ਹੀ ਆਉਂਦਾ ਹੋਣਾ। ਤੇ ਉਹਦਾ ਤਾਂ ਕੋਈ ਗੱਲ ਨਹੀਂ। ਜਦੋਂ ਤੁਸੀਂ ਪਾਲਿਸੀ ਬਦਲਦੇ ਹੋ, ਜਿਹੜੇ ਕਿਸੇ ਪਾਰਟੀਕੂਲਰ ਸਟੇਟ ਦੇ ਵਿੱਚ ਕੋਈ ਚੀਜ਼ਾਂ ਪੈਦਾ ਹੋ ਰਹੀਆਂ ਨੇ, ਪਾਲਿਸੀ ਸ਼ਿਫਟ ਉਦੋਂ ਉਲਟ ਹੋ ਜਾਂਦਾ, ਤਾਂ ਪੰਜਾਬ ਨੂੰ ਕਿਵੇਂ ਤੁਸੀਂ ਖੜਾ ਕਰ ਸਕਦੇ ਹੋ ਉਸ ਮਾਮਲੇ ਦੇ? ਬਿਜ਼ਨਸ ਦਾ ਮਾਡਲ ਬਦਲਤਾ। ਹਰਿਆਣੇ ਨੇ ਕੀ ਕੀਤਾ? ਕੋਈ ਨਵੇਕਲਾ ਕੰਮ ਨਹੀਂ ਕੀਤਾ, ਪਰ ਕਿਉਂਕਿ ਦਿੱਲੀ ਰਾਜਧਾਨੀ ਦੇ ਇਰਦ ਗਿਰਦ ਇਹਦੇ ਕੋਲ ਵੱਡੇ ਸ਼ਹਿਰ ਨੇ ਜਿੱਥੇ ਵੱਡੀਆਂ ਕੰਪਨੀਆਂ ਕੰਸੈਂਟਰੇਟ ਹੋ ਜਾਂਦੀਆਂ ਨੇ, ਰੈਵਨਿਊ ਜ਼ਿਆਦਾ ਹੈ। ਤੇ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਚੀਜ਼ਾਂ ਉਸ ਲੈਵਲ ਤੇ ਚੱਲ ਰਹੀਆਂ ਨੇ। ਉਹ ਮਾਮਲੇ ਦੇ ਐਡਮਿਨਿਸਟ੍ਰੇਟਿਵ ਦੇ ਮਾਮਲੇ, ਡਿਵੈਲਪਮੈਂਟ ਦੀ ਅਪਰੋਚ ਦੇ ਮਾਮਲੇ ਨੇ, ਤੇ ਉਹ ਸਾਰੀਆਂ ਚੀਜ਼ਾਂ ਤਾਂ ਸਾਡੇ ਸਾਹਮਣੇ। ਦੂਜੀ ਗੱਲ, ਉਸ ਵੇਲੇ ਪਰ ਵਿਅਕਤੀ ਆਮਦਨ ਤਾਂ ਸਾਨੂੰ ਦਿਖਾਈ ਦਿੱਤੀ ਸੀ, ਪਰ ਉਦੋਂ ਬਾਅਦ ਲਗਾਤਾਰ 1985 ਦੀ ਜੌਲ ਕਮੇਟੀ ਦੀ ਜਿਹੜੀ ਰਿਪੋਰਟ ਕਹਿੰਦੀ ਹੈ ਕਿ ਸਾਨੂੰ ਡਾਇਵਰਸੀਫਿਕੇਸ਼ਨ ਚਾਹੀਦੀ ਹੈ, ਸਾਡਾ ਪਾਣੀ ਜਾ ਰਿਹਾ ਹੈ, ਤੇ ਉਹਦੇ ਨਾਲ ਕਾਸਟ ਕਿੰਨੀ ਵੱਧ ਗਈ ਹੈ, ਤੇ ਉਹਦੇ ਨਾਲ ਸਾਡਾ ਅੰਡਰਗਰਾਉਂਡ ਵਾਟਰ ਦਾ ਹਾਲ ਕੀ ਹੋ ਗਿਆ, ਸਾਡੀ ਮਿੱਟੀ ਦੀ ਜ਼ਰਖੇਜ਼ ਤਾਂ ਚਲੀ ਗਈ ਹੈ, ਆਬੋ ਹਵਾ ਖਰਾਬ ਹੋ ਗਈ ਹੈ। ਉਹ ਜਿਹੜੇ ਨਾਲ ਉਹਦਾ ਲਾਸ ਆ ਜਿੱਡਾ ਵੱਡਾ ਸਾਡੇ ਸਾਹਮਣੇ ਖੜਾ ਹੈ, ਤੇ ਉਹਨੂੰ ਵੀ ਦੇਖਣ ਦਾ ਸਵਾਲ। ਇਸ ਕਰਕੇ ਇਹ ਜਿਹੜਾ ਇੱਕ ਬੜਾ ਕੇਵਲ ਜੱਜ ਕਰਨ ਦਾ, ਕੇਵਲ ਪਰ ਕੈਪੀਟਲ ਨਾਲ ਇਨਕਮ ਨਾਲ ਜਾਂ ਕੇਵਲ GDP ਨਾਲ ਜੱਜ ਕਰਨ ਦੇ ਜਿਹੜੇ ਫਾਰਮੂਲੇ ਨੇ, ਇਹ ਆਊਟਡੇਟਡ ਫਾਰਮੂਲੇ ਨੇ ਦੁਨੀਆ ਦੇ ਵਿੱਚ। ਇਹ ਵੀ ਬਦਲਣੇ ਪੈਣਗੇ ਅਸਲ ਦੇ ਵਿੱਚ। ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਣਾ? ਸਾਰੀ GDP ਤਾਂ ਹੁਣ ਜੇ ਵੱਧ ਵੀ ਜਾਂਦੀ ਹੈ ਸਾਡੀ, ਉਹਦਾ ਤਾਂ ਆਵਾਨੀਆਂ ਅਡਾਨੀਆਂ ਦੇ ਚਲੀ ਗਈ, ਬਾਕੀ ਬੰਦਿਆਂ ਨੂੰ ਤਾਂ ਸ਼ੇਅਰ ਹੀ ਨਹੀਂ ਮਿਲਦੇ। GDP ਤਾਂ ਅਜੇ ਵੀ ਵਧੂਗੀ ਸਾਰੇ ਦੇਸ਼ ਦੇ ਵਿੱਚ, ਪਰ ਲੋਕ ਭੁੱਖਮਰੀ ਨਾਲ ਜ਼ਿਆਦਾ ਮਰ ਰਹੇ ਨੇ ਉਹਦੇ ਚ। ਇਸ ਲਈ ਉਹ ਪੈਮਾਨੇ ਵੀ ਜਿਹੜੇ ਉਹਨਾਂ ਨੇ ਘੜੇ ਨੇ, ਉਹ ਪੈਮਾਨੇ ਵੀ ਗਲਤ ਨੇ। ਮੇਰੇ ਖਿਆਲ ਉਹ ਮੈਚ ਨਹੀਂ ਉਸ ਲੈਵਲ ਦੇ ਉੱਤੇ ਕਰਦੇ। ਬਹੁਤ ਵੱਡਾ ਨੁਕਤਾ ਔਰ ਉਹਨੂੰ ਬਦਲਣਾ ਪਊਗਾ ਔਰ ਉਹਨੂੰ ਦੇਖਣਾ ਪਏਗਾ। ਔਰ ਪੰਜਾਬ ਦਾ ਪਰ ਕੈਪੀਟਲ ਇਨਕਮ ਦਾ ਇੱਕ ਸਿਸਟਮ ਇਹ ਵੀ ਸੀ ਇਦੋਂ ਪਹਿਲਾਂ ਕਿ ਜਿਹੜੇ NRI ਗਏ ਹੋਏ ਸੀ, ਇੱਕ ਜ਼ਮਾਨੇ ਤੱਕ ਸਾਡੀ ਟੋਟਲ ਘਰੇਲੂ ਪੈਦਾਵਾਰ ਦਾ 36% ਹਿੱਸਾ NRI ਤੋਂ ਆਉਂਦਾ ਸੀ। ਹੁਣ ਪਿਛਲੇ 20-30 ਸਾਲਾਂ ਤੋਂ ਜਿਹੜਾ ਪ੍ਰਵਾਸ ਹੋ ਰਿਹਾ ਹੈ, ਜਦੋਂ ਤੋਂ ਆਈਲੈਟਸ ਆਇਆ, ਉਦੋਂ ਦਾ ਸਾਡਾ ਅਰਬਾਂ ਡਾਲਰ ਰੁਪਈਆ ਜਾ ਰਿਹਾ ਹੈ ਵਿਦਿਆਰਥੀਆਂ ਦੀਆਂ ਫੀਸਾਂ ਦੇ ਰੂਪ ਦੇ ਵਿੱਚ, ਠੇਕੇ ਦੇ ਰੂਪ ਦੇ ਵਿੱਚ, ਜ਼ਮੀਨਾਂ ਵੇਚ ਕੇ ਬਾਹਰ ਜਾਣ ਦੇ ਰੂਪ ਦੇ ਵਿੱਚ। ਉਹ ਕਿੱਡਾ ਵੱਡਾ ਲਾਸ ਆ, ਉਹ ਅਜੇ ਸਾਡੇ ਜਹਿਨ ਚ ਨਹੀਂ, ਸਾਡੇ ਏਜੰਡੇ ਦਾ ਹਿੱਸਾ ਨਹੀਂ ਬਣਿਆ ਹੋਇਆ। ਜਿਹੜਾ ਹੁਨਰ ਦਾ ਉਜਾੜਾ, ਜਿਹੜਾ ਪੈਸੇ ਦਾ ਉਜਾੜਾ, ਔਰ ਜਿਹੜਾ 1.5 ਲੱਖ ਬੱਚਾ ਹਰ ਸਾਲ ਵਿਦੇਸ਼ ਜਾ ਰਿਹਾ, ਉਹ ਇੱਥੇ ਦਾ ਪੈਸਾ ਵੀ ਉਧਰ ਜਾ ਰਿਹਾ। ਪਹਿਲਾਂ ਪੈਸਾ ਆਉਂਦਾ ਸੀ, ਹੁਣ ਪੈਸਾ ਜਾ ਰਿਹਾ। ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਇਸ ਮਾਮਲੇ ਚ। ਸਰ ਹਮੀਰ ਸਿੰਘ ਜੀ, ਤੁਸੀਂ ਜੋ ਹਾਲਾਤ ਦੱਸੇ, ਜੋ ਮਾਡਲ ਹੈ, ਲੋਕ ਭੁੱਖ ਨਾਲ ਮਰ ਰਹੇ ਨੇ ਤੇ ਸਿਆਸੀ ਲੋਕ ਲੱਡੂ ਖਾਂਦੇ ਆ, ਲੱਡੂ ਵੰਡਦੇ ਆ ਤੇ ਖਵਾ ਰਹੇ ਆ। ਤੇ ਮੇਰੀ ਬੇਨਤੀ ਹੈ ਕਿ ਤੁਸੀਂ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ, ਸੰਘਰਸ਼ ਚੱਲ ਰਿਹਾ, ਉਹਨਾਂ ਆਗੂਆਂ ਦੇ ਕਾਫੀ ਨੇੜੇ ਹੋ, ਨਜ਼ਦੀਕ ਹੋ, ਤੇ ਕੋਈ ਏਦਾਂ ਦੀ ਕਿਸੇ ਪਾਸਿਓਂ ਹਵਾ ਆ ਸਕਦੀ ਹੈ ਵੀ ਇਹ ਕਿਸਾਨ ਜਿਹੜੇ ਨੇ ਸੰਘਰਸ਼ ਕਰ ਰਹੇ ਨੇ, ਕੋਈ ਇਹ ਸਿਆਸਤ ਵਿੱਚ ਕੁੱਦ ਜਾਣ, ਇਹ ਸਿਆਸਤ ਦੀ ਕੋਈ ਅਗਵਾਈ ਆਪਣੇ ਹੱਥ ਲੈ ਲੈਣ? ਨਹੀਂ, ਸਿਆਸਤ ਤਾਂ ਕਰ ਹੀ ਰਹੇ ਨੇ। ਅੰਦੋਲਨ ਕੋਈ ਵੀ ਆਪਣੇ ਆਪ ਚ ਹੀ ਸਿਆਸਤ ਦਾ ਵਾਹਕ ਹੁੰਦਾ ਹੈ। ਔਰ ਜੇ ਕਿਸਾਨ ਅੰਦੋਲਨ ਇਸ ਗੱਲ ਤੇ ਲੜਾਈ ਲੜ ਰਿਹਾ ਜਿਹੜੀ ਕਿ ਪਾਰਟੀਆਂ ਨੂੰ ਲੜਨੀ ਚਾਹੀਦੀ ਸੀ ਕਿ ਫੈਡਰਲਿਜ਼ਮ ਦਾ ਮੁੱਦਾ ਹੈ, ਗਵਰਨਮੈਂਟ ਆਫ ਇੰਡੀਆ ਖੇਤੀ ਦੇ ਕਾਨੂੰਨ ਬਣਾ ਹੀ ਨਹੀਂ ਸਕਦੀ, ਤਾਂ ਇਹ ਸਭ ਤੋਂ ਬੜੀ ਸਿਆਸਤ ਹੈ। ਜੇ ਕਿਸਾਨ ਅੰਦੋਲਨ ਇਹ ਕਹਿ ਰਿਹਾ ਕਾਰਪੋਰੇਟ ਮਾਡਲ ਬਦਲਣਾ ਚਾਹੀਦਾ, ਤਾਂ ਇਹ ਸਭ ਤੋਂ ਬੜੀ ਸਿਆਸਤ ਹੈ। ਸਿਆਸਤ ਦੇ ਦੋ ਰੂਪ ਨੇ, ਇੱਕ ਡਾਇਰੈਕਟ ਡੈਮੋਕ੍ਰੇਸੀ ਦਾ ਕੁਐਸਚਨ ਹੈ ਜਾਂ ਐਕਸਟਰਾ ਪਾਰਲੀਮੈਂਟਰੀ ਸਿਸਟਮ ਦੇ ਵਿੱਚ, ਤੇ ਲੋਕ ਆਪਣੀ ਆਵਾਜ਼ ਰਾਹੀਂ, ਆਪਣੀਆਂ ਜਥੇਬੰਦੀਆਂ ਰਾਹੀਂ ਕੰਮ ਕਰਦੇ ਨੇ। ਇੱਕ ਇਹ ਚੋਣਾਂ ਦੇ ਦੌਰਾਨ ਤੁਸੀਂ ਕੀ, ਇਹ ਦੋ ਅਲੱਗ-ਅਲੱਗ ਪਹਿਲੂ ਨੇ। ਜਿਹੜੀ ਮਿਸਿੰਗ ਹੈ ਪੰਜਾਬ ਚੋਂ ਪਿਛਲੇ 30 ਸਾਲਾਂ ਚੋਂ ਸਿਆਸਤ, ਉਹ ਇਹ ਮਿਸਿੰਗ ਹੈ ਜਿਹੜੀ ਕਿਸਾਨ ਅੱਜ ਕਰ ਰਿਹਾ ਸਿਆਸਤ। ਇਹਨੂੰ ਹੋਰ ਉਭਾਰਨਾ ਚਾਹੀਦਾ। ਦੂਜੀ ਗੱਲ, ਹਾਂ, ਜਦੋਂ ਅੰਦੋਲਨ ਦੇ ਦੌਰਾਨ ਵੀ, ਕਿਉਂਕਿ ਪਿਛਲੀਆਂ ਪਾਰਟੀਆਂ ਤੋਂ ਲੋਕ ਤੰਗ ਨੇ, ਤੇ ਜੇ ਅੰਦੋਲਨ ਦੀ ਕਾਸਟ ਤੋਂ ਨਹੀਂ ਆਉਣਗੇ ਇੱਥੇ, ਜੇ ਅੰਦੋਲਨ ਜਿੱਤਦਾ, ਅੰਦੋਲਨ ਉਹਦਾ ਵੀ
ਕਿਉਂਕਿ 32 ਕਿਸਾਨ ਜਥੇਬੰਦੀ ਪੰਜਾਬ ਅਲੱਗ-ਅਲੱਗ ਪਿਛੋਕੜ ਵਾਲੀਆਂ ਨੇ, ਅਲੱਗ-ਅਲੱਗ ਵਿਚਾਰਧਾਰਾ ਵਾਲੀਆਂ ਨੇ, ਅਲੱਗ-ਅਲੱਗ ਤੌਰ ਤਰੀਕੇ, ਉਹ ਆਪਣਾ ਕੰਮ ਕਰ ਰਹੇ ਨੇ। ਸਾਡੀ ਅਸਲ 'ਚ ਤਮੰਨਾ ਜ਼ਿਆਦਾ ਸਾਰੇ ਕੰਮਾਂ 'ਚ ਕਿਸਾਨਾਂ ਤੋਂ ਹੋ ਗਈ। ਜਿਹੜਾ ਕੰਮ ਪੰਜਾਬ ਦੇ ਦੂਜੇ ਲੋਕਾਂ ਨੇ ਕਰਨਾ, ਜਿਹੜਾ ਬੌਧਿਕ ਤਬਕੇ ਨੇ ਕਰਨਾ, ਪੋਲੀਟੀਸ਼ੀਅਨ ਜਿਹੜਾ ਹੋਰ ਉਹ ਨਹੀਂ ਕਰ ਰਹੇ। ਉਹਨਾਂ ਚੋਂ ਵੀ ਇਮਰਜ ਹੋਣੀ ਚਾਹੀਦੀ ਹੈ ਨਾ ਕੋਈ ਸਿਆਸਤ ਉਸ ਪੱਧਰ ਦੇ ਉੱਤੇ। ਤੇ ਇਸੇ ਵਾਸਤੇ ਇਹ ਜਿਹੜਾ ਸਵਾਲ ਹੈ ਸਾਡੇ ਸਾਹਮਣੇ, ਤੇ ਮਤਲਬ ਪਰ ਲੋਕਾਂ ਦੀ ਤਵੱਕੋ ਤਾਂ ਬਣੀ ਹੈ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਐਡਾ ਵੱਡਾ ਕਿਸਾਨ ਅੰਦੋਲਨ, ਚਰਚਾ ਹੈਗੀ ਹੈ। ਜਥੇਬੰਦੀਆਂ ਨੂੰ ਉਹਨਾਂ ਦੇ ਵਰਕਰ ਵੀ ਕਹਿ ਰਹੇ ਨੇ ਕਿ ਸਾਨੂੰ ਕੋਈ, ਜਿਵੇਂ ਆਮ ਆਦਮੀ ਪਾਰਟੀ ਨਿਕਲੀ ਸੀ ਅੰਦੋਲਨ ਚੋਂ, ਸਾਡੇ ਵੀ ਇਸ ਅੰਦੋਲਨ ਚੋਂ ਕੋਈ ਐਸੀ ਧਿਰ ਨਿਕਲਣੀ ਚਾਹੀਦੀ ਹੈ ਜਿਹੜੀ ਵੋਟਾਂ ਦੇ ਵਿੱਚ ਵੀ ਸਿਆਸਤ ਨੂੰ ਬਦਲੇ ਜਾ ਕੇ। ਔਰ ਅਜੇ ਟਾਈਮ ਪਿਆ, ਮੇਰੇ ਖਿਆਲ ਕਾਫੀ ਹੈ। ਆਮ ਆਦਮੀ ਪਾਰਟੀ ਕੋਲ ਵੀ ਉਦੋਂ 2 ਮਹੀਨੇ ਮੁਸ਼ਕਲ ਨਾਲ ਸੀ, 2 ਵੀ ਨਹੀਂ ਸੀਗੇ ਉਦੋਂ ਜਦੋਂ ਬਣੀ, 6 ਮਹੀਨੇ ਨੇ। ਅਜੇ ਫੋਕਸ ਉਹਨਾਂ ਦਾ ਕੇਂਦਰੀ ਨੁਕਤਾ ਇਕੱਠ ਰੱਖਣਾ ਤੇ ਅੰਦੋਲਨ ਨੂੰ ਜਿੱਤਣਾ ਹੈ। ਔਰ ਡਿਸਕਸ ਹੋ ਰਹੀ ਹੈ, ਜੋ ਵੀ ਹੋਏਗਾ ਉਹ ਸ਼ਾਇਦ ਜ਼ਿਆਦਾ ਜਾਣਦੇ ਹਨ ਅੰਦਰੂਨੀ ਹਾਲਾਤ ਦੇ ਐਂਗਲ ਤੋਂ। ਤੇ ਮੇਰਾ ਖਿਆਲ ਹੈ ਪੰਜਾਬ ਦੇ ਜੋ ਵੀ ਹੋਏਗਾ ਉਹ ਅੰਦੋਲਨ ਆਟੋਮੈਟਿਕਲੀ ਉਹਦੇ ਆਗੂ ਵੀ ਕਰਨਗੇ ਤੇ ਅੰਦੋਲਨ। ਸਰ ਹਮੀਤ ਸਿੰਘ ਜੀ, ਤੁਸੀਂ ਪੁਕਾਰ ਟੀਵੀ ਨਾਲ ਜੁੜ ਕੇ ਬਹੁਤ ਕੀਮਤੀ ਵੱਡਮੁੱਲੀਆਂ ਗੱਲਾਂ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਨਾਲ, ਸਾਡੇ ਪੁਕਾਰ ਟੀਵੀ ਦੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਤੇ ਸਾਡੀ ਇਹੀ ਤਮੰਨਾ, ਇਹੀ ਸਾਡੀ ਅਰਦਾਸ ਹੈ ਕਿ ਸੂਬੇ ਨੂੰ ਦਰਵੇਸ਼ੀ, ਦੂਰ ਅੰਦੇਸ਼ੀ ਵਾਲੀ ਸਿਆਸੀ ਦ੍ਰਿਸ਼ਟੀ ਜਿਹੜੀ ਕੋਈ ਮਿਲ ਜਾਏ, ਤਾਂ ਕਿ ਪੰਜਾਬੀ ਜਿਹੜੇ ਨੇ ਉਹ ਮੁਫਤਖੋਰੇ ਨਹੀਂ, ਉਹ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਹੋਏ ਕਿਰਤੀ ਸੱਭਿਆਚਾਰ ਨਾਲ ਜੁੜ ਕੇ ਉਹ ਕਿਰਤ ਵਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਕੇ ਛਕਦਿਆਂ ਆਪਣਾ ਜੀਵਨ ਬਸਰ ਕਰਨ, ਨਾ ਕਿ ਸਿਆਸੀ ਲੋਕਾਂ ਵੱਲੋਂ ਮੁਫਤਖੋਰੇ ਬਣਾਉਣ ਦੀ ਜਿਹੜੀਆਂ ਚਾਲਾਂ ਨੇ ਉਹਨਾਂ ਦੇ ਵਿੱਚ ਉਹ ਫਸ ਕੇ ਆਪਣੀ ਜ਼ਿੰਦਗੀ ਨੂੰ ਨਰਕੀ ਬਣਾ ਲੈਣ। ਉਹਨਾਂ ਦੀ ਜ਼ਿੰਦਗੀ ਇੱਥੇ ਹੀ ਸਵਰਗ ਬਣਨੀ ਚਾਹੀਦੀ ਹੈ। ਇਹ ਸਾਡੀ ਇੱਕ ਅਰਦਾਸ ਹੈ ਔਰ ਸਾਡੀ ਇੱਕ ਉਮੀਦ ਹੈ। ਤੁਸੀਂ ਬਹੁਤ ਸੰਖੇਪ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਗੱਲਾਂ ਕੀਤੀਆਂ, ਸੂਬੇ ਦੇ ਪੱਧਰ ਦੀਆਂ ਵੀ ਗੱਲਾਂ ਕੀਤੀਆਂ। ਤੁਸੀਂ ਪੁਕਾਰ ਟੀਵੀ ਨਾਲ ਜੁੜੇ, ਟੀਵੀ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਸਮੇਂ-ਸਮੇਂ ਇਸੇ ਤਰ੍ਹਾਂ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਰਹੋਗੇ। ਜੀ, ਸ਼ੁਕਰੀਆ ਜੀ, ਧੰਨਵਾਦ।